क्लास शुरू करते हैं। आज स्टार्ट करते हैं ਆਪਾਂ ਮੈਮਰੀ ਗਲੈਂਡ ਐਂਡ ਲੈਕਟੇਸ਼ਨ। ਮੈਮਰੀ ਗਲੈਂਡ ਐਂਡ ਲੈਕਟੇਸ਼ਨ ਦੀ ਗੱਲ ਕਰਦੇ ਹਾਂ। ਮੈਮਰੀ ਗਲੈਂਡ ਜੋ ਹੈ ਫੀਮੇਲ ਦੇ ਵਿੱਚ ਪੇਅਰ ਦੇ ਵਿੱਚ ਹੋਣਗੀਆਂ ਔਰ ਇਹਨਾਂ ਦੀ ਜੋ ਲੋਕੇਸ਼ਨ ਹੋਏਗੀ ਉਹ ਬ੍ਰੈਸਟ ਤੇ ਹੋਏਗੀ ਔਰ ਜੋ ਰਿਬਸ ਦੀਆਂ ਬੋਨਸ ਆ ਉਹਦੇ ਨਾਲ ਇਹਨਾਂ ਦੇ ਅਟੈਚਮੈਂਟ ਹੋਏਗੀ। ਰਿਬਸ ਦੇਖ ਰਹੇ ਹੋ ਤੁਸੀਂ, ਰਿਬਸ ਦੇ ਨਾਲ ਇਹਨਾਂ ਦੇ ਅਟੈਚਮੈਂਟ ਆ। ਔਰ ਜੋ ਮੈਮਰੀ ਗਲੈਂਡ ਆ ਇਹ ਇੱਕ ਤਰ੍ਹਾਂ ਦੀਆਂ ਸਵੈਟ ਗਲੈਂਡ ਹੀ ਹੈ, ਮੋਡੀਫਾਈਡ ਸਵੈਟ ਗਲੈਂਡ ਆ ਔਰ ਇਹਨਾਂ ਦੇ ਵਿੱਚ ਵੇਰੀਏਬਲ ਅਮਾਊਂਟ ਹੋਏਗੀ ਫੈਟ ਦੀ। ਆ ਤੁਸੀਂ ਦੇਖ ਰਹੇ ਹੋ ਫੈਟ, ਇਹ ਹਰੇਕ ਮੈਮਰੀ ਗਲੈਂਡ ਦੇ ਵਿੱਚ ਹੋਏਗੀ ਫੈਟ। ਔਰ ਇਹਦਾ ਜੋ ਆਵਲਾ ਪੋਰਸ਼ਨ ਆ ਜੋ ਬਿਲਕੁਲ ਨਿੱਪਲਸ ਦੇ ਡਾਰਕ ਸਰਕਲ ਦੇ ਵਿੱਚ, ਇਸ ਨੂੰ ਆਪਾਂ ਕਹਿੰਦੇ ਆ ਅਰੀਓਲਾ। ਅਰੀਓਲਾ ਇੱਕ ਏਦਾਂ ਦਾ ਏਰੀਆ ਇੱਥੇ ਸਭ ਤੋਂ ਜ਼ਿਆਦਾ ਮੈਕਸਿਮਮ ਪਿਗਮੈਂਟੇਸ਼ਨ ਹੋਈ ਹੋਏਗੀ, ਮੈਕਸਿਮਮ ਪਿਗਮੈਂਟੇਸ਼ਨ। ਔਰ ਇਹ ਸਭ ਤੋਂ ਡਾਰਕ ਪੋਰਸ਼ਨ ਹੋਏਗਾ, ਆ ਏਰੀਆ ਜਿੱਥੇ ਅਰੀਓਲਾ ਹੋਏਗਾ ਇਹ ਸਭ ਤੋਂ ਡਾਰਕੈਸਟ ਏਰੀਆ ਹੈ ਆਪਣੀ ਬੋਡੀ ਦੇ ਵਿੱਚ, ਫੀਮੇਲ ਦੇ ਵਿੱਚ ਡਾਰਕੈਸਟ ਏਰੀਆ। ਹੁਣ ਅਗਰ ਆਪਾਂ ਇਹਦੀ ਗੱਲ ਕਰਦੇ ਹਾਂ ਅਨੋਟਮੀ, ਇਹਦੇ 'ਚ ਦੇਖੋ ਆਪਣੇ ਕੋਲ ਹੋਏਗਾ ਕਿ ਜੋ ਗਲੈਂਡਰਲ ਟਿਸ਼ੂ ਆਪਣੇ ਕੋਲ, ਸਭ ਤੋਂ ਪਹਿਲਾਂ ਗੱਲ ਕਰਾਂਗੇ ਗਲੈਂਡਰਲ ਟਿਸ਼ੂ। ਗਲੈਂਡਰਲ ਟਿਸ਼ੂ ਇਹ ਅੱਗੇ ਡਿਵਾਈਡ ਹੋਣਗੇ ਮੈਮਰੀ ਲੋਬਸ ਦੇ ਵਿੱਚ। 15 ਤੋਂ 20 ਮੈਮਰੀ ਲੋਬਸ ਹੋਣਗੇ, 15 ਤੋਂ 20 15 ਤੋਂ 20 ਮੈਮਰੀ ਲੋਬ ਹੋਣਗੀਆਂ ਹਰ ਇੱਕ ਮੈਮਰੀ ਗਲੈਂਡ ਦੇ ਵਿੱਚ। ਈਚ ਮੈਮਰੀ ਗਲੈਂਡ ਕੰਟੇਨਸ 15 ਤੋਂ 20 ਮੈਮਰੀ ਲੋਬਸ। ਔਰ ਮੈਮਰੀ ਲੋਬਸ ਦੇ ਵਿੱਚ ਫਰਦਰ ਅੱਗੇ ਕੀ ਹੈਗਾ ਆਪਣੇ ਕੋਲ, ਮੈਮਰੀ ਐਲਵੂਲਸ, ਐਲਵੂਲਾਈ ਵੀ ਕਹਿ ਦਿੰਦੇ ਆ, ਮੈਮਰੀ ਐਲਵੂਲਾਈ। ਔਰ ਇਹ ਮੇਨ ਜੋ ਮੈਮਰੀ ਐਲਵੂਲਾਈ ਹੈ ਇਹਨਾਂ ਦੇ ਵਿੱਚ ਕੀ ਹੁੰਦਾ, ਮਿਲਕ ਸਟੋਰ। ਮਿਲਕ ਸਟੋਰ ਕਿਹਦੇ 'ਚ ਹੁੰਦਾ ਹੈਗਾ, ਮੈਮਰੀ ਐਲਵੂਲਾਈ ਦੇ ਵਿੱਚ। ਔਰ ਮੈਮਰੀ ਐਲਵੂਲਾਈ ਦੇ ਵਿੱਚ ਮਿਲਕ ਸੈਕ੍ਰੀਟਿੰਗ ਸੈੱਲ ਹੋਣਗੇ। ਇਹਨਾਂ ਦੇ ਲਿਊਮਨ ਦੇ ਵਿੱਚ ਜੋ ਐਲਵੂਲਾਈ ਆ, ਐਲਵੂਲਾਈ ਤੇ ਜਿਹੜੀ ਲਿਊਮਨ ਹੋਏਗੀ ਉੱਥੇ ਕੀ ਪਿਆ ਹੋਇਆ ਹੋਏਗਾ, ਮਿਲਕ ਪਿਆ ਹੋਇਆ ਹੋਏਗਾ। ਠੀਕ ਹੈ, ਆ ਜੋ ਮੈਮਰੀ ਹੈ ਆ ਦੇਖ ਰਹੇ ਆਪਣੇ ਕੋਲ, ਇਹ ਗ੍ਰੈਪ-ਲਾਈਕ ਸਟਰਕਚਰ ਹੋਏਗੀ। ਜਿੱਦਾਂ ਗ੍ਰੈਪਸ ਦਾ ਇੱਕ ਕਲਸਟਰ ਹੁੰਦਾ ਨਾ, ਗ੍ਰੈਪਸ ਦੇ ਕਲਸਟਰ ਉਸ ਤਰ੍ਹਾਂ ਕੀ ਹੋਣਗੇ ਇਹਦੇ ਅੰਦਰ ਐਲਵੂਲਾਈਜ਼ ਹੋਣਗੀਆਂ। ਐਲਵੂਲਾਈ ਦੇ ਵਿੱਚ ਜੋ ਲਿਊਮਨ ਹੋਏਗੀ ਉਸ ਲਿਊਮਨ ਦੇ ਵਿੱਚ ਕੀ ਹੋਏਗਾ, ਮਿਲਕ ਸਟੋਰ ਹੋਏਗਾ। ਐਲਵੂਲਾਈ ਦੇ ਲਿਊਮਨ ਦੇ ਵਿੱਚ ਮਿਲਕ ਸਟੋਰ ਹੋਏਗਾ। ਔਰ ਨੈਕਸਟ ਜਿਹੜੇ ਮੈਮਰੀ ਐਲਵੂਲਾਈ ਹੈ ਉਹ ਓਪਨ ਹੋਣਗੇ ਮੈਮਰੀ ਟਿਬਿਊਲ ਦੇ ਵਿੱਚ। ਇਹ ਸਾਰਾ ਦਾ ਸਾਰਾ ਇੱਕ ਆਪਾਂ ਕਹਿ ਸਕਦੇ ਹਾਂ ਇੱਕ ਸੀਰੀਜ਼ ਹੈ। ਸਭ ਤੋਂ ਪਹਿਲਾਂ ਗਲੈਂਡਰ ਟਿਸ਼ੂ, ਦੈਨ ਡਿਵਾਈਡ ਕੀਤੇ ਹੋਏ ਆ ਕਿਹਦੇ 'ਚ, ਮੈਮਰੀ ਲੋਬ ਦੇ ਵਿੱਚ, ਮੈਮਰੀ ਐਲਵੂਲਾਈ, ਮੈਮਰੀ ਐਲਵੂਲਾਈ ਦੇ ਲਿਊਮਨ ਦੇ ਵਿੱਚ ਮਿਲਕ ਸਟੋਰ ਕਰਿਆ ਹੋਇਆ। ਹੁਣ ਐਲਵੂਲਾਈ ਤੋਂ ਫਰਦਰ ਅੱਗੇ ਜੋ ਹੈ ਇਹ ਸਾਰੇ ਐਲਵੂਲਾਈ ਕਿਹਦੇ 'ਚ ਓਪਨ ਹੁੰਦੇ ਆ, ਮੈਮਰੀ ਟਿਬਿਊਲ ਦੇ ਵਿੱਚ। ਮੈਮਰੀ ਟਿਬਿਊਲ ਜੁਆਇਨ ਹੋ ਕੇ ਬਣਾਉਂਦੇ ਆ ਮੈਮਰੀ ਡਕਟ। ਔਰ ਇਹਨਾਂ ਦੀ ਪੋਜੀਸ਼ਨ ਆਲਰੇਡੀ ਦੇ ਰੱਖੀ ਹੈ। ਮੈਮਰੀ ਡਕਟ ਦੇਖੋ, ਆ ਐਲਵੂਲਾਈ ਅੱਗੇ ਕਿਹਦੇ 'ਚ ਮਿਲ ਰਿਹਾ, ਮੈਮਰੀ ਟਿਬਿਊਲ। ਮੈਮਰੀ ਟਿਬਿਊਲ ਤੋਂ ਅੱਗੇ ਕੀ ਬਣ ਰਹੀ ਹੈ, ਮੈਮਰੀ ਡਕਟ। ਔਰ ਮੈਮਰੀ ਡਕਟ ਕਿਹਦੇ 'ਚ ਅੱਗੇ ਓਪਨ ਹੋ ਰਹੀ ਹੈ, ਬਹੁਤ ਸਾਰੇ ਮੈਮਰੀ ਡਕਟਸ ਅੱਗੇ ਜੁਆਇਨ ਹੋ ਕੇ ਬਣਾ ਰਹੇ ਆ ਮੈਮਰੀ ਅੰਪਿਊਲਾ। ਔਰ ਮੈਮਰੀ ਅੰਪਿਊਲਾ ਅੱਗੇ ਕਨੈਕਟ ਕਿਹਦੇ ਨਾਲ ਹੋਇਆ ਹੋਇਆ, ਲੈਕਟੀਫੇਰਸ ਡਕਟ। ਲੈਕਟੀਫੇਰਸ ਡਕਟ ਤੋਂ ਬਾਅਦ ਵਿੱਚ ਕੀ ਹੋਏਗਾ, ਇੱਥੋਂ ਮਿਲਕ ਜੋ ਹੈ, ਜੋ ਬੇਬੀ ਹੈ ਉਹ ਸਕ ਆਊਟ ਕਰੇਗਾ। ਇਹ ਸਾਰਾ ਪਾਥ ਹੈ ਜਿੱਥੋਂ ਮਿਲਕ ਸਟਾਰਟ ਤੋਂ ਜਿੱਥੇ ਪ੍ਰੋਡਿਊਸ ਹੋ ਰਿਹਾ ਔਰ ਉਸ ਦੇ ਲੈਕਟੇਸ਼ਨ ਦਾ। ਫਿਰ ਰਿਪੀਟ ਕਰਦੇ ਹਾਂ ਆਪਾਂ, ਕਿਹੜੇ ਵਾਲਾ, ਗਲੈਂਡਰਲ ਟਿਸ਼ੂ। ਗਲੈਂਡਰਲ ਟਿਸ਼ੂ ਅੱਗੇ ਡਿਵਾਈਡ ਕਰੇ ਹੋਏ ਆ 15 ਤੋਂ 20 ਮੈਮਰੀ ਲੋਬਸ ਦੇ ਵਿੱਚ। ਮੈਮਰੀ ਲੋਬਸ ਦੇ ਵਿੱਚ ਫਰਦਰ ਕੀ ਹੈਗਾ ਆਪਣੇ ਕੋਲ, ਗ੍ਰੈਪਸ ਦੇ ਜਿੱਦਾਂ ਕਲਸਟਰ ਹੁੰਦਾ ਉਸ ਤਰ੍ਹਾਂ ਮੈਮਰੀ ਐਲਵੂਲਾਈ ਪਏ ਹੋਏ। ਔਰ ਮੈਮਰੀ ਐਲਵੂਲਾਈ ਦੇ ਜਿਹੜੇ ਲਿਊਮਨ ਹੋਏਗੀ ਉਹਦੇ ਵਿੱਚ ਖਾਲੀ ਜਗ੍ਹਾ, ਲਿਊਮਨ ਕੀ ਹੁੰਦਾ, ਖਾਲੀ ਜਗ੍ਹਾ, ਉਹਦੇ 'ਚ ਕੀ ਹੁੰਦਾ, ਮਿਲਕ ਸਟੋਰ ਕਰਦਾ ਮੈਮਰੀ ਐਲਵੂਲਾਈ।
ਮੈਮਰੀ ਐਲਵੂਲਾਈ ਜੋ ਮਿਲਕ ਸਟੋਰ ਕਰਿਆ ਹੋਇਆ ਉਹ ਅੱਗੇ ਕਿੱਥੇ ਸਿਕ੍ਰੀਟ ਕਰਦਾ ਗਾ, ਮੈਮਰੀ ਟਿਬਿਊਲ ਦੇ ਵਿੱਚ। ਮੈਮਰੀ ਟਿਬਿਊਲ ਤੋਂ ਬਾਅਦ ਵਿੱਚ ਬਹੁਤ ਸਾਰੇ ਮੈਮਰੀ ਟਿਬਿਊਲ ਮਿਲ ਕੇ ਕੀ ਬਣਾਉਂਦੇ ਆ, ਮੈਮਰੀ ਡਕਟ। ਔਰ ਮੈਮਰੀ ਡਕਟ ਬਹੁਤ ਸਾਰੇ ਜੁਆਇਨ ਕਰਕੇ ਬਣਾਉਣਗੇ ਮੈਮਰੀ ਐਂਪਿਊਲਾ। ਔਰ ਮੈਮਰੀ ਐਂਪਿਊਲਾ ਅੱਗੇ ਫਰਦਰ ਓਪਨ ਹੋ ਰਿਹਾ ਲੈਕਟੀਫੈਰਸ ਡਕਟ ਦੇ ਵਿੱਚ। ਔਰ ਲੈਕਟੀਫੈਰਸ ਡਕਟ ਇਹ ਲਾਸਟ ਰੀਜਨ ਹੈ ਜਿੱਥੋਂ ਬੇਬੀ ਕੀ ਕਰੇਗਾ, ਮਿਲਕ ਸਕ ਆਊਟ ਕਰੇਗਾ। ਔਰ ਨਿੱਪਲ ਤੋਂ ਅੱਗੇ ਇੱਕ ਬੇਬੀ ਕੀ ਕਰੇਗਾ, ਨਿੱਪਲ ਦੇ ਜ਼ਰੀਏ ਅੱਗੇ ਬੇਬੀ ਮਿਲਕ ਸਕ ਆਊਟ ਕਰ ਲੇਗਾ। ਇਹ ਸੀ ਮੈਮਰੀ ਗਲੈਂਡ। ਔਰ ਇਸ ਬਾਰੇ ਆਪਾਂ ਪੜ੍ਹਦੇ ਹਾਂ ਮੈਮਰੀ ਗਲੈਂਡ ਹੈ ਕੀ ਹੈ। ਇਹਦੀ ਜੋ ਡਿਫਰੈਂਸ਼ੀਏਸ਼ਨ ਹੋਏਗੀ ਪ੍ਰੈਗਨੈਂਸੀ ਤੇ ਡਿਊਰਿੰਗ ਹੋਏਗੀ। ਔਰ ਸਿਕ੍ਰੀਟਿੰਗ ਮਿਲਕ ਜੋ ਹੋਏਗਾ ਬਰਥ ਤੋਂ ਬਾਅਦ, ਜਦੋਂ ਬੇਬੀ ਦਾ ਬਰਥ ਹੋ ਜਾਂਦਾ ਤਾਂ ਬੇਬੀ ਤੇ ਫੀਡ ਕਰਦਾ। ਔਰ ਇਸ ਚੀਜ਼ ਨੂੰ ਆਪਾਂ ਕਹਿੰਦੇ ਕੀ ਆ, ਲੈਕਟੇਸ਼ਨ। ਮਿਲਕ ਦੀ ਜਿਹੜੀ ਸਿਕ੍ਰੇਸ਼ਨ ਹੋਣੀ ਉਹਨੂੰ ਕੀ ਕਹਿੰਦੇ ਆਪਾਂ, ਲੈਕਟੇਸ਼ਨ ਕਹਿੰਦੇ। ਔਰ ਜੋ ਫਸਟ ਆਪਾਂ ਗੱਲ ਕਰਦੇ ਆ, ਅਗਰ ਜੋ ਮਿਲਕ ਫਸਟ 5-6 ਡੇਜ਼ ਜਿਹੜਾ ਆਉਂਦਾ ਮਦਰ ਤੋਂ ਜੋ ਬੇਬੀ ਫੀਡ ਕਰਦਾ, ਉਸ ਵਿੱਚ ਖਾਸ ਤਰ੍ਹਾਂ ਦੇ ਐਂਟੀਬੋਡੀਜ਼ ਹੁੰਦੀਆਂ ਉਸ ਮਿਲਕ ਦੇ ਵਿੱਚ। ਐਂਟੀਬੋਡੀਜ਼ ਹੁੰਦੀਆਂ ਜਿਸ ਨੂੰ ਆਪਾਂ ਕੀ ਕਹਿੰਦੇ, ਉਸ ਮਿਲਕ ਦਾ ਨਾਮ ਹੁੰਦਾ ਹੈ ਕਲੋਸਟ੍ਰਮ। ਕਲੋਸਟ੍ਰਮ ਜੋ ਫਸਟ ਫਿਊ ਡੇਜ਼ ਜੋ ਮਿਲਕ ਹੋਏਗਾ ਮਦਰ ਦਾ, ਜੋ ਬੇਬੀ ਫੀਡ ਕਰਦਾ, ਉਸ ਦੇ ਵਿੱਚ ਐਂਟੀਬੋਡੀਜ਼ ਹੁੰਦੀਆਂ। ਇਸ ਕਰਕੇ ਇਸ ਮਿਲਕ ਨੂੰ ਆਪਾਂ ਕੀ ਕਹਿੰਦੇ ਆ, ਕੋਲਸਟ੍ਰਮ ਕਹਿੰਦੇ ਆ। ਕੋਲਸਟ੍ਰਮ ਦੇ ਵਿੱਚ ਬਹੁਤ ਸਾਰੇ ਐਂਟੀਬੋਡੀਜ਼ ਹੁੰਦੇ ਆ ਜੋ ਬੇਬੀ ਨੂੰ ਮਦਰ ਫੀਡ ਤੋਂ ਮਿਲਦੇ ਆ। ਨੈਕਸਟ ਗੱਲ ਕਰਦੇ ਆ ਗੈਸਟੇਸ਼ਨ ਪੀਰੀਅਡ। ਗੈਸਟੇਸ਼ਨ ਪੀਰੀਅਡ, ਗੈਸਟੇਸ਼ਨ ਪੀਰੀਅਡ ਹੁੰਦਾ ਕੀ ਆ, ਆਫਟਰ ਫਰਟੀਲਾਈਜੇਸ਼ਨ ਤੋਂ ਇੱਕ ਬੇਬੀ ਦੀ ਜੋ ਪੂਰੀ ਡਿਵੈਲਪਮੈਂਟ ਹੈ ਕਿੰਨੇ ਡੇਜ਼ ਤੱਕ ਹੋਏਗੀ ਜਾਂ ਕਿੰਨੇ ਮੰਥ ਤੱਕ ਹੋਏਗੀ, ਉਸ ਪੀਰੀਅਡ ਨੂੰ ਆਪਾਂ ਕਹਿੰਦੇ ਆ ਗੈਸਟੇਸ਼ਨ ਪੀਰੀਅਡ। ਆਫਟਰ ਫਰਟੀਲਾਈਜੇਸ਼ਨ ਤੋਂ ਡਿਲੀਵਰੀ ਤੱਕ ਜੋ ਟਾਈਮ ਹੁੰਦਾ ਉਸ ਨੂੰ ਆਪਾਂ ਕਹਿੰਦੇ ਗੈਸਟੇਸ਼ਨ ਪੀਰੀਅਡ। ਔਰ ਇਹ ਐਵਰੇਜ ਆ ਡਿਫਰੈਂਟ ਆਰਗੇਨਿਜ਼ਮ ਦੇ ਵਿੱਚ, ਜਿੱਦਾਂ ਡੌਗ ਦੇ ਵਿੱਚ ਹੁੰਦਾ 63 ਡੇਜ਼, ਕੈਟ ਦੇ ਵਿੱਚ 63 ਡੇਜ਼ ਆ, ਐਲੀਫੈਂਟ ਦੇ ਵਿੱਚ ਹੋਏਗਾ 18 ਮਹੀਨੇ 22 ਦੇ 18 ਤੋਂ 22 ਮਹੀਨੇ ਹੁੰਦਾ ਆਪਣੇ ਕੋਲ। ਐਲੀਫੈਂਟ ਦੇ ਵਿੱਚ ਕਿੰਨਾ ਹੋਏਗਾ 18 to 22 ਮੰਥ। ਔਰ ਹਿਊਮਨ ਦੇ ਵਿੱਚ ਕਿੰਨਾ ਹੋਏਗਾ 9 ਮੰਥ ਦਾ ਜੋ ਗੈਸਟੇਸ਼ਨ ਪੀਰੀਅਡ ਹੋਏਗਾ ਇਹ ਹੋਏਗਾ ਹਿਊਮਨ ਦੇ ਵਿੱਚ। ਅੱਗੇ ਆਪਾਂ ਗੱਲ ਕਰਦੇ ਹਾਂ ਡਿਵੈਲਪਮੈਂਟ। ਬੇਬੀ ਦੀ ਡਿਵੈਲਪਮੈਂਟ ਜੋ ਹੁੰਦੀ ਹੈ ਡਿਫਰੈਂਟ ਟਾਈਮ ਦੇ ਵਿੱਚ 9th ਮੰਥ ਨੂੰ ਅੱਗੇ ਡਿਵਾਈਡ ਕਰਿਆ ਹੋਇਆ। ਔਰ 9 ਮੰਥ ਦੇ ਵਿੱਚ ਬੇਬੀ ਸਭ ਤੋਂ ਪਹਿਲਾਂ ਉਸਦੇ ਕਿਹੜੇ ਵਾਲੇ ਆਰਗਨ ਜੋ ਹੈ ਜੋ ਡਿਵੈਲਪ ਹੋਣਗੇ, ਉਸ ਤੋਂ ਲੈ ਕੇ ਆਪਾਂ ਲਾਸਟ ਬੇਬੀ ਦੇ ਬਰਥ ਤੱਕ ਦੀ ਆਪਾਂ ਗੱਲ ਕਰਦੇ ਹਾਂ। ਤਾਂ ਟੋਟਲ 9 ਮੰਥ ਨੂੰ ਆਪਾਂ ਡਿਵਾਈਡ ਕਰਿਆ 3 ਟ੍ਰਾਈਮੈਸਟਰ ਦੇ ਵਿੱਚ। ਹਰੇਕ ਟ੍ਰਾਈਮੈਸਟਰ ਦੇ ਵਿੱਚ 3 ਮੰਥ ਹੋਣਗੇ। ਫਸਟ ਟ੍ਰਾਈਮੈਸਟਰ ਹੋਏਗਾ 1 ਤੋਂ ਲੈ ਕੇ 3 ਮਹੀਨੇ ਤੱਕ, ਸੈਕਿੰਡ ਹੋਏਗਾ 4 ਤੋਂ 6 ਔਰ ਲਾਸਟ ਵਾਲਾ ਹੋਏਗਾ 9th ਮੰਥ ਦੇ ਵਿੱਚ ਕੰਪਲੀਟ ਹੋ ਜਾਏਗਾ। ਫਸਟ ਟ੍ਰਾਈਮੈਸਟਰ ਦੇ ਵਿੱਚ ਕਿੰਨੇ ਹੈਗੇ ਆਪਣੇ ਕੋਲ, ਅਗਰ ਆਪਾਂ ਫਸਟ ਮੰਥ ਦੀ ਗੱਲ ਕਰਦੇ ਹਾਂ 4 ਵੀਕ। 4 ਵੀਕ ਦੇ ਵਿੱਚ ਕੀ ਹੋਏਗਾ, ਬੇਬੀ ਦਾ ਜੋ ਹਾਰਟ ਹੈ ਸਭ ਤੋਂ ਪਹਿਲਾਂ ਹਾਰਟ ਆਏਗਾ। ਔਰ ਆਪਾਂ ਇਸਨੂੰ ਸਟੈਥੋਸਕੋਪ ਦੇ ਜ਼ਰੀਏ ਆਪਾਂ ਉਸਦੀ ਜਿਹੜੀ ਹਾਰਟ ਬੀਟ ਹੈ ਉਸ ਨੂੰ ਸੁਣ ਸਕਦੇ ਹਾਂ। ਤਾਂ ਆਪਾਂ ਨੂੰ ਇਸ ਚੀਜ਼ ਦਾ ਪਤਾ ਚੱਲ ਜਾਂਦਾ ਕਿ ਬੇਬੀ ਦਾ ਹਾਰਟ ਹੈ ਔਰ ਉਹ ਇੱਕ ਸਹੀ ਕੰਮ ਕਰ ਰਿਹਾ ਜਾਂ ਨਹੀਂ। ਡਾਕਟਰ ਸਟੈਥੋਸਕੋਪ ਦੇ ਜ਼ਰੀਏ ਬੇਬੀ ਦਾ ਹਾਰਟ ਜੋ ਹੈ ਹਾਰਟ ਬੀਟ ਨੂੰ ਸੁਣ ਸਕਦੇ ਆ। ਨੈਕਸਟ ਜੋ ਹੋਏਗਾ ਸੈਕਿੰਡ ਮੰਥ ਅਪ ਟੂ 8 ਵੀਕ। ਔਰ ਉਦੋਂ ਤੱਕ ਬੇਬੀ ਦੇ ਲਿੰਬ ਤੇ ਡਿਜਿਟ ਜਿਹੜੇ ਲਿੰਬ ਹੋਣਗੇ, ਉਸਦੇ ਬੱਚੇ ਦੇ ਹੱਥ ਹੋ ਗਏ, ਪੈਰ ਹੋ ਗਏ, ਉਹਨਾਂ ਦੀ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਏਗੀ। ਔਰ ਥਰਡ ਮੰਥ ਵਿੱਚ ਕੀ ਹੋਏਗਾ, ਬੇਬੀ ਦੇ ਜੋ ਬਹੁਤ ਸਾਰੇ ਆਰਗਨ ਸਿਸਟਮ ਹੈ ਉਹ ਡਿਵੈਲਪ ਹੋਣਾ ਸ਼ੁਰੂ ਹੋ ਜਾਏਗਾ। ਲਾਈਕ ਜਿੱਦਾਂ ਐਕਸਟਰਨਲ ਜੈਂਟਲ ਆਰਗਨ ਹੋ ਗਿਆ। ਬੇਬੀ ਦੇ ਜੋ ਸੈਕਸ ਡਿਟਰਮੀਨੇਸ਼ਨ ਵੀ ਆਪਾਂ ਨੂੰ 3 ਮੰਥ ਤੋਂ ਬਾਅਦ ਪਤਾ ਚੱਲ ਜਾਂਦਾ ਬੇਬੀ ਦੀ ਡਿਵੈਲਪਮੈਂਟ ਦੇ ਥਰੂ। ਔਰ ਕ੍ਰੋਮੋਸੋਮਲ ਤਾਂ ਡਿਊਰਿੰਗ ਫਰਟੀਲਾਈਜੇਸ਼ਨ ਤੋਂ ਹੀ ਪਤਾ ਚੱਲ ਜਾਂਦਾ, ਲੇਕਿਨ ਅਗਰ ਆਪਾਂ ਗੱਲ ਕਰਦੇ ਹਾਂ ਬੇਬੀ ਦੀ ਡਿਵੈਲਪਮੈਂਟ ਤੋਂ, ਤਾਂ ਡਿਵੈਲਪਮੈਂਟ ਜੋ ਹੈ ਥਰਡ ਮੰਥ ਤੋਂ ਆਪਾਂ ਨੂੰ ਪਤਾ ਚੱਲ ਜਾਂਦਾ ਕਿ ਬੇਬੀ ਗਰਲ ਹੈ ਜਾਂ ਬੇਬੀ ਬੁਆਏ ਹੈ। ਔਰ ਕਿਤੋਂ ਪਤਾ ਚੱਲੇਗਾ, ਜਦੋਂ ਐਕਸਟਰਨਲ ਜੈਂਟਲ ਆਰਗਨ ਡਿਵੈਲਪ ਹੋ ਜਾਂਦੇ, ਕਦੋਂ ਹੋਣਗੇ,
ਇਹ 12 ਵੀਕ ਤੇ ਹੁੰਦੇ ਆ। 12 ਵੀਕ ਜਾਂ 3 ਮੰਥ ਕਹਿ ਸਕਦੇ ਆ, ਜਾਂ ਫਸਟ ਟ੍ਰਾਈਮੈਸਟਰ ਦਾ ਜੋ ਐਂਡ ਹੋਏਗਾ ਉੱਥੇ ਆਪਾਂ ਨੂੰ ਪਤਾ ਚੱਲ ਜਾਏਗਾ ਕਿ ਬੇਬੀ ਜੋ ਹੈ ਬੇਬੀ ਬੁਆਏ ਹੈ ਜਾਂ ਬੇਬੀ ਗਰਲ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਸੈਕਿੰਡ ਟ੍ਰਾਈਮੈਸਟਰ। ਸੈਕਿੰਡ ਟ੍ਰਾਈਮੈਸਟਰ 5th ਮੰਥ ਦੇ ਵਿੱਚ ਬੱਚਾ ਮੂਵਮੈਂਟ ਲੈਣੀ ਸ਼ੁਰੂ ਕਰ ਦੇਗਾ। ਫਸਟ ਮੂਵਮੈਂਟ ਕਦੋਂ ਆਏਗੀ? 5th ਮੰਥ ਦੇ ਵਿੱਚ ਆਏਗੀ, ਡਿਊਰਿੰਗ 20th ਵੀਕ। ਔਰ ਬੱਚੇ ਦੇ ਹੇਅਰ ਜਿਹੜੇ ਹੈਗੇ ਆ ਹੈਡ ਤੇ ਸਿਰ ਤੇ ਵਾਲ ਆ ਜਾਣਗੇ। ਕਿਹੜੇ ਮੰਥ ਦੇ ਵਿੱਚ ਹੋਏਗਾ ਇਹ? 5th ਮੰਥ ਦੇ ਵਿੱਚ। ਔਰ ਵੀਕ ਅਗਰ ਪੁੱਛ ਲੈਣ ਤਾਂ ਕਿਹੜਾ 20th ਵੀਕ ਹੈ। ਔਰ 6 ਮੰਥ ਦੇ ਜੋ ਐਂਡ ਤੱਕ ਹੈ ਕੀ ਹੋ ਜਾਏਗਾ, ਬੇਬੀ ਦੀ ਜਿਹੜੇ ਆਈਲਿਡ ਹੈਗੇ ਆ, ਉਹ ਬੇਬੀ ਦੀ ਜਿਹੜੀ ਬੋਡੀ ਤੇ ਹੇਅਰ ਆ ਜਾਣਗੇ। ਆਈਲਿਡ ਜਿਹੜੇ ਹੈਗੇ ਆ ਉਹਦੇ ਪਲਕਾਂ ਕੀ ਹੋ ਜਾਣਗੇ, ਸੈਪਰੇਟ ਹੋ ਜਾਣਗੀਆਂ। ਔਰ ਉਹਦੇ ਪਲਕਾਂ ਦੇ ਉੱਪਰ ਕੀ ਹੋ ਜਾਣਗੇ, ਆਈ ਲੈਸ਼ਸ ਆਣੇ ਸ਼ੁਰੂ ਹੋ ਜਾਣਗੇ। ਇਹ ਇੱਕ ਇੱਕ ਪੁਆਇੰਟ ਇੰਪੋਰਟੈਂਟ ਪੁੱਛ ਸਕਦੇ ਆ ਕਿ ਹਾਰਟ ਕਿਹੜੇ ਮੰਥ ਦੇ ਵਿੱਚ ਫਾਰਮ ਹੋ ਰਿਹਾ, ਜੈਂਟਲ ਜਿਹੜਾ ਪੋਰਸ਼ਨ ਹੈ ਬੱਚੇ ਦਾ ਆਰਗਨ ਸਿਸਟਮ ਹੈ ਉਹ ਕਦੋਂ ਡਿਵੈਲਪ ਹੋਇਆ, ਕਿਹੜੇ ਵਾਲੇ ਟ੍ਰਾਈਮੈਸਟਰ ਚ ਪੁੱਛ ਸਕਦੇ ਆ, ਮੰਥ ਚ ਪੁੱਛ ਸਕਦੇ ਆ, ਵੀਕ ਚ ਪੁੱਛ ਸਕਦੇ ਆ। ਇੱਥੋਂ ਕੁਐਸਚਨ ਬਣ ਸਕਦਾ ਟ੍ਰਾਈਮੈਸਟਰ ਬੇਸ ਤੇ ਵੀ ਆ ਸਕਦਾ, ਮੰਥ ਬੇਸ ਤੇ ਵੀ ਆ ਸਕਦਾ, ਜਾਂ ਵੀਕ ਬੇਸ ਤੇ ਵੀ। ਨੈਕਸਟ ਆਪਣੇ ਕੋਲ ਥਰਡ ਟ੍ਰਾਈਮੈਸਟਰ। ਟ੍ਰਾਈਮੈਸਟਰ ਦੇ ਵਿੱਚ ਕੀ ਹੋਏਗਾ, 9 ਮੰਥ ਤੱਕ 36 ਵੀਕ ਹੋਏਗਾ ਆਪਣੇ ਕੋਲ। ਫੋਟਸ ਫੁੱਲੀ ਡਿਵੈਲਪ ਹੋ ਜਾਏਗਾ ਔਰ ਡਿਲੀਵਰੀ ਰੈਡੀ ਹੋਏਗਾ ਆਫਟਰ 9 ਮੰਥ। ਇਸੇ ਬੱਚੇ ਦੀ ਡਿਵੈਲਪਮੈਂਟ ਫਸਟ ਵੀਕ ਦੇ ਵਿੱਚ, ਫਸਟ ਮੰਥ ਦੇ ਵਿੱਚ ਕਿਹੜੇ ਵਾਲੇ ਆਰਗਨ ਡਿਵੈਲਪ ਹੋਏ, ਸੈਕਿੰਡ ਚ ਕਿਹੜੇ ਵਾਲੇ, ਫਸਟ ਚ ਕੀ ਹੋਇਆ ਸੀ, ਹਾਰਟ ਡਿਵੈਲਪ ਹੋ ਗਿਆ ਸੀ ਔਰ ਉਹਦੀ ਆਪਾਂ ਹਾਰਟ ਬੀਟ ਸੁਣ ਸਕਦੇ ਹਾਂ ਸਟੈਥੋਸਕੋਪ ਦੇ ਜ਼ਰੀਏ। ਔਰ ਸੈਕਿੰਡ ਮੰਥ ਤੱਕ ਬੇਬੀ ਦੇ ਜਿਹੜੇ ਲਿੰਬਸ ਆ ਜਿੱਦਾਂ ਹੱਥ ਔਰ ਪੈਰ ਉਹਨਾਂ ਦੇ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਥਰਡ ਵਿੱਚ ਕੀ ਹੋਏਗਾ, ਬੇਬੀ ਦਾ ਜੋ ਐਕਸਟਰਨਲ ਜੈਂਟਲ ਪੋਰਸ਼ਨ ਹੈ ਉਹ ਡਿਵੈਲਪ ਹੋਣਾ ਸ਼ੁਰੂ ਹੋ ਜਾਏਗਾ। ਬੱਚੇ ਦੇ ਵਿੱਚ ਜੋ ਜੈਂਟਲ ਪੋਰਸ਼ਨ ਹੈ ਸੈਕਸ ਆਰਗਨ ਉਹਨਾਂ ਡਿਵੈਲਪਮੈਂਟ ਹੋ ਜਾਂਦੀ ਹੈ। ਔਰ ਨੈਕਸਟ ਆਪਣੇ ਕੋਲ ਸੈਕਿੰਡ ਟ੍ਰਾਈਮੈਸਟਰ 5th ਮੰਥ ਵਿੱਚ ਬੱਚੇ ਦੇ ਵਿੱਚ ਮੂਵਮੈਂਟ ਆਣੀ ਸ਼ੁਰੂ ਹੋ ਜਾਂਦੀ ਹੈ। ਜੋ ਫੀਟਸ ਹੋਏਗਾ ਡਿਵੈਲਪਿੰਗ ਫੀਟਸ ਉਹਦੇ ਵਿੱਚ ਡਿਵੈਲਪਮੈਂਟ ਉਹਦੀ ਮੂਵਮੈਂਟ ਹੋਣੀ ਸ਼ੁਰੂ ਹੋ ਗਈ ਔਰ ਉਹਨਾਂ ਦੇ ਬੋਡੀ ਤੇ ਹੇਅਰ, ਉਹਦੇ ਹਿੱਡ ਤੇ ਹੇਅਰ ਆ ਗਿਆ। ਔਰ ਜੋ 6 ਮੰਥ ਹੈ ਬੇਬੀ ਦੀ ਪੂਰੀ ਬੋਡੀ ਤੇ ਹੇਅਰ ਆ ਜਾਣਗੇ ਔਰ ਨਾਲ ਦੇ ਨਾਲ ਆਈਲਿਡਸ ਜਿਹੜੀਆਂ ਹੈਗੀਆਂ ਉਹ ਸੈਪਰੇਟ ਹੋ ਜਾਣਗੀਆਂ, ਆਈ ਲੈਸ਼ਸ ਫਾਰਮ ਹੋ ਜਾਣਗੀਆਂ। ਔਰ 9 ਮੰਥ ਦੇ ਵਿੱਚ ਕੀ ਆ, ਬੇਬੀ ਫੁੱਲੀ ਡਿਵੈਲਪ ਹੋ ਜਾਏਗਾ। ਔਰ ਜਦੋਂ ਬੇਬੀ ਫੁੱਲੀ ਡਿਵੈਲਪ ਹੋ ਗਿਆ, ਨੈਕਸਟ ਸਟੇਜ ਹੁੰਦੀ ਹੈ ਪਰਟੂਰੀਸ਼ਨ। ਪਰਟੂਰੀਸ਼ਨ ਹੋਇਆ ਕਿ ਪਰਟੂਰੀਸ਼ਨ ਆਪਾਂ ਡਿਲੀਵਰੀ ਦੇ ਨਾਲ ਵੀ ਰਿਪਰੈਜ਼ੈਂਟ ਕਰ ਸਕਦੇ ਹਾਂ। ਕਿ ਪਰਟੂਰੀਸ਼ਨ ਕੀ ਹੈਗਾ, ਇੱਕ ਡਿਲੀਵਰੀ ਹੀ ਹੈ, ਬੇਬੀ ਦੀ ਜੋ ਡਿਲੀਵਰੀ ਹੋਣੀ ਹੈ ਤਾਂ ਉਹਦੇ ਚ ਹੋਏਗਾ ਕਿ ਇੱਕ ਫੁੱਲੀ ਡਿਵੈਲਪ ਜਦੋਂ ਹੋ ਜਾਏਗਾ ਫੀਟਸ ਤਾਂ ਉਹ ਇੱਕ ਸਿਗਨਲ ਜਨਰੇਟ ਕਰੇਗਾ। ਇੱਕ ਫੁੱਲੀ ਡਿਵੈਲਪ ਬੇਬੀ ਔਰ ਪਲੇਜ਼ੈਂਟਾ ਇਹ ਦੋਨੋਂ ਕੀ ਕਰਨਗੇ, ਸਿਗਨਲ ਜਨਰੇਟ ਕਰਨਗੇ ਔਰ ਜਿਸ ਨਾਲ ਮਿਲਡ ਯੂਟਰਾਈਨ ਕੰਟਰੈਕਸ਼ਨ ਹੋਣੀ ਸ਼ੁਰੂ ਹੋ ਜਾਏਗੀ। ਮਿਲਡ ਯੂਟਰਾਈਨ ਕੰਟਰੈਕਸ਼ਨ ਵਿੱਚ ਕੀ ਆ, ਥੋੜਾ ਪੇਨ ਹੋਣਾ ਸ਼ੁਰੂ ਹੋ ਜਾਏਗਾ ਫੀਮੇਲ। ਔਰ ਉਹ ਜਦੋਂ ਅਗਰ ਇਹ ਵਾਲੀ ਮਿਲਡ ਯੂਟਰਾਈਨ ਕੰਟਰੈਕਸ਼ਨ ਹੋਏਗੀ ਤਾਂ ਇਹ ਕੀ ਕਰੇਗੀ, ਟ੍ਰਿਗਰ ਕਰ ਦੇਗੀ ਫੀਟਲ ਇਜੈਕਸ਼ਨ ਰਿਫਲੈਕਸ। ਜਦੋਂ ਪੂਰੀ ਤਰ੍ਹਾਂ ਬੇਬੀ ਡਿਵੈਲਪ ਹੋ ਚੁੱਕਿਆ ਪਲੇਜ਼ੈਂਟਾ ਦੇ ਥਰੂ ਕੀ ਹੋਏਗਾ, ਇੱਕ ਤਰ੍ਹਾਂ ਮੈਸੇਜ ਹੋਏਗਾ, ਸਿਗਨਲ ਓਰੀਜਿਨੇਟ ਹੋਏਗਾ। ਉਸ ਸਿਗਨਲ ਨਾਲ ਕੀ ਹੋਏਗਾ, ਮਿਲਡ ਯੂਟਰਾਈਨ ਕੰਟਰੈਕਸ਼ਨ, ਹਲਕੀ ਜਿਹੀ ਕੰਟਰੈਕਸ਼ਨ ਆਣੀ ਸ਼ੁਰੂ ਹੋ ਜਾਏਗੀ ਯੂਟਰਾਈਨ ਦੇ ਅੰਦਰ। ਔਰ ਉਹਦੇ ਨਾਲ ਬੇਬੀ ਕੀ ਹੋਏਗਾ, ਫੀਟਲ ਇਜੈਕਸ਼ਨ ਰਿਫਲੈਕਸ ਸ਼ੁਰੂ ਹੋ ਜਾਏਗੀ। ਜਦੋਂ ਫੀਟਲ ਇਜੈਕਸ਼ਨ ਰਿਫਲੈਕਸ ਹੋਏਗੀ ਤਾਂ ਇਹ ਟ੍ਰਿਗਰ ਕਰੇਗੀ ਆਕਸੀਟੋਸਿਨ। ਆਕਸੀਟੋਸਿਨ ਹਾਰਮੋਨ ਜੋ ਪੋਸਟੀਰੀਅਰ ਪਿਚੂਟਰੀ ਦੇ ਵਿੱਚ ਕੀ ਆ, ਸਟੋਰ ਕਰਿਆ ਹੋਇਆ ਪਿਆ। ਲੇਕਿਨ ਇਹ ਹਾਰਮੋਨ ਹੈ ਕਿਹੜਾ, ਇਹ ਹੈਪੋਥੈਲਮਸ ਦਾ ਹਾਰਮੋਨ ਹੈ। ਆਕਸੀਟੋਸਿਨ ਨੂੰ ਸਿੰਥਾਈਜ਼ ਕੌਣ ਕਰਦਾ, ਹੈਪੋਥੈਲਮਸ, ਲੇਕਿਨ ਸਟੋਰ ਕਿੱਥੇ ਪਿਆ ਹੋਇਆ, ਪੋਸਟੀਰੀਅਰ ਪਿਚੂਟਰੀ ਦੇ ਵਿੱਚ। ਐਵੇਂ ਹੀ ਹੈਪੋਥੈਲਮਸ ਦਾ ਹਾਰਮੋਨ ਇੱਕ ਹੋਰ ਹੈ ADH, ਉਹ ਵੀ ਹੈਪੋਥੈਲਮਸ ਦਾ, ਲੇਕਿਨ ਸਟੋਰ ਕਿੱਥੇ ਪਿਆ ਹੁੰਦਾ, ਪੋਸਟੀਰੀਅਰ ਪਿਚੂਟਰੀ ਦੇ ਵਿੱਚ। ਇਹ ਦੋਨੋਂ ਹਾਰਮੋਨ ਪੋਸਟੀਰੀਅਰ ਪਿਚੂਟਰੀ ਦੇ ਵਿੱਚ ਹੁੰਦੇ ਆ। ਫੀਟਲ ਇਜੈਕਸ਼ਨ ਜਦੋਂ ਹੋਏਗੀ ਰਿਫਲੈਕਸ ਤਾਂ ਇਹ ਟ੍ਰਿਗਰ ਕਰੇਗੀ ਆਕਸੀਟੇਸ਼ਨ ਜੋ ਪੋਸਟੀਰੀਅਰ ਪਿਚੂਟਰੀ ਤੋਂ ਪਿਆ ਹੋਇਆ। ਤਾਂ ਮਦਰ ਦੇ ਪੋਸਟੀਰੀਅਰ ਪਿਚੂਟਰੀ ਤੋਂ ਜਦੋਂ ਆਕਸੀਟੋਸਿਨ ਰਿਲੀਜ਼ ਹੋਏਗਾ ਤਾਂ ਉਹ ਕੀ ਕਰੇਗਾ, ਸਟਰੋਂਗ ਯੂਟਰਾਈਨ ਕੰਟਰੈਕਸ਼ਨ ਕਰੇਗਾ ਯੂਟਰਸ ਦੇ ਅੰਦਰ। ਔਰ ਜਿਸ ਨਾਲ ਕੀ ਹੋਏਗਾ, ਐਕਸਪਲਸ਼ਨ ਹੋਏਗਾ, ਬੇਬੀ ਬਾਹਰ ਦੀ ओर ਧਕੇਲਿਆ ਜਾਏਗਾ, ਕਿਹਦੇ ਜ਼ਰੀਏ, ਬਰਥ ਕੈਨਲ ਦੇ ਜ਼ਰੀਏ। ਓਕੇ। ਔਰ ਇਸ ਤੋਂ ਬਾਅਦ ਕੀ ਹੋਏਗਾ, ਬੇਬੀ ਦੀ ਜੋ ਡਿਲੀਵਰੀ ਹੋ ਜਾਏਗੀ। ਓਕੇ। ਤਾਂ
ਜਦੋਂ ਬੇਬੀ ਡਿਲੀਵਰੀ ਹੋਏਗੀ ਐਕਸਪਲਸ਼ਨ ਆਫ ਪਲੇਜ਼ੈਂਟਾ, ਪਲੇਜ਼ੈਂਟਾ ਵੀ ਬੇਬੀ ਦੇ ਨਾਲ ਹੀ ਉਦਾਂ ਕੀ ਹੋ ਜਾਏਗਾ, ਬਾਹਰ ਆ ਜਾਏਗਾ। ਹੁਣ ਅਗਰ ਆਪਾਂ ਗੱਲ ਕਰਦੇ ਹਾਂ ਪਰਟੂਰੀਸ਼ਨ, ਪਰਟੂਰੀਸ਼ਨ ਇੱਕ ਏਦਾਂ ਦਾ ਪ੍ਰੋਸੈਸ ਹੈ ਜਿਸ ਦੇ ਵਿੱਚ ਨਿਊਰੋ ਐਂਡੋਕਰਾਈਨ ਮੈਕੈਨਿਜ਼ਮ ਇਨਵੋਲਵ ਹੁੰਦਾ ਹੈ, ਔਰ ਇਸ ਦੇ ਵਿੱਚ ਜੋ ਹਾਰਮੋਨ ਇਨਵੋਲਵ ਹੈਗੇ ਕੋਰਟੀਸੋਲ, ਐਸਟ੍ਰੋਜਨ ਤੇ ਆਕਸੀਟੋਸਿਨ। ਇਹ ਸਾਰੇ ਕਿਹੜੇ ਵਾਲੇ ਹਾਰਮੋਨ ਜੋ ਇਨਵੋਲਵ ਹੁੰਦੇ ਆ ਪਰਟੂਰੀਸ਼ਨ ਦੇ ਵਿੱਚ, ਉਹ ਵਾਲੇ ਹਾਰਮੋਨ ਆ। ਔਰ ਸਮ ਟਾਈਮ ਕੀ ਹੁੰਦਾ ਆਕਸੀਟੋਸਿਨ, ਡਾਕਟਰ ਬਾਹਰ ਤੋਂ ਕੀ ਕਰਦੇ ਆ ਆਕਸੀਟੋਸਿਨ ਦਾ ਇੰਜੈਕਸ਼ਨ ਦੇ ਕੇ ਜੋ ਯੂਟਰਾਈਨ ਕੰਟਰੈਕਸ਼ਨ ਆ ਉਸਨੂੰ ਕਰਦੇ ਆ, ਡਾਕਟਰ ਇੰਜੈਕਸ਼ਨ ਦਿੰਦੇ ਆ ਆਕਸੀਟੋਸਿਨ ਦਾ ਕਿ ਜੋ ਡਿਲੀਵਰੀ ਆ ਉਹ ਇੰਡਿਊਸ ਹੋ ਜਾਏ। ਨੈਕਸਟ ਵਾਲਾ ਕੁਐਸਚਨ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇੱਥੋਂ ਇੱਕ ਕੁਐਸਚਨ ਜੋ ਅੱਜ ਦੀ ਕਲਾਸ ਹੈ, ਇੱਕ ਕੁਐਸਚਨ ਡੈਫੀਨੇਟਲੀ ਹੀ ਤੁਹਾਨੂੰ ਮਿਲੇਗਾ ਮਾਸਟਰ ਕੈਡਰ ਦੇ ਵਿੱਚ। ਨੈਕਸਟ ਵਾਲਾ ਕੁਐਸਚਨ ਬਹੁਤ ਹੀ ਇੰਪੋਰਟੈਂਟ ਹੈ। ਇਸ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ ਕਿ ਕਿਹੜੇ ਵਾਲਾ ਆਰਗਨ ਜੋ ਹੈ, ਆਪਾਂ 3 ਲੇਅਰ ਪੜ੍ਹੀਆਂ ਸੀ ਕਿਹੜੇ ਵਾਲੀਆਂ, ਇੱਕ ਐਕਟੋਡਰਮ, ਮੀਜ਼ੋਡਰਮ, ਐਕਟੋਡਰਮ, ਮੀਜ਼ੋਡਰਮ ਤੇ ਐਂਡੋਡਰਮ। ਇਹ ਤਿੰਨੋਂ ਜਿਹੜੀਆਂ ਹੁੰਦੀਆਂ ਆਪਣੇ ਕੋਲ ਜਰਮੀਨਲ ਲੇਅਰ, ਉਹਨਾਂ ਤਿੰਨਾਂ ਲੇਅਰਸ ਤੋਂ ਹੀ ਬਾਕੀ ਦੇ ਸਾਰੇ ਜਿੰਨੇ ਵੀ ਬੇਬੀ ਦੀ ਡਿਵੈਲਪਮੈਂਟ ਹੋਈ ਹੈ, ਡਿਫਰੈਂਟ ਟਾਈਪ ਦੇ ਆਰਗਨ ਜਿਹੜੇ ਆਰਗਨ ਸਿਸਟਮ ਆਇਆ, ਉਹ ਤਿੰਨੋਂ ਲੇਅਰਸ ਤੋਂ ਹੀ ਬਣਾ ਜੋ 3 ਜਰਮੀਨਲ ਲੇਅਰ ਸੀਗੀਆਂ। ਔਰ ਤਿੰਨੋਂ ਜਰਮੀਨਲ ਲੇਅਰ ਤੋਂ ਆਪਾਂ ਦੇਖਦੇ ਹਾਂ ਕਿਹੜੇ ਕਿਹੜੇ ਵਾਲੇ ਆਰਗਨ ਫਾਰਮ ਹੋਏ ਆ, ਉਹ ਸਾਰਾ ਇਸ ਕਲਾਸ ਦੇ ਵਿੱਚ ਡਿਸਕਸ ਕਰਦੇ ਹਾਂ। ਔਰ ਬਹੁਤ ਹੀ ਇੰਪੋਰਟੈਂਟ ਹੈ ਤਿੰਨੋਂ ਦੇ ਤਿੰਨੋਂ ਲੇਅਰਸ ਤੋਂ। ਇੱਕ ਕੁਐਸਚਨ ਮੋਸਟਲੀ ਬੰਦਾ ਹੀ ਬੰਦਾ ਇੱਥੋਂ ਦੇਖੋ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਐਕਟੋਡਰਮ। ਜੋ ਸਕਿਨ ਹੈ, ਸਕਿਨ ਵੀ ਕਿੱਥੋਂ ਓਰੀਜੀਨੇਟ ਹੋਈ ਹੈ, ਐਕਟੋਡਰਮ। ਜੋ ਸਭ ਤੋਂ ਬਾਹਰ ਵਾਲੀ ਲੇਅਰ ਹੁੰਦੀ ਹੈ ਉਸਨੂੰ ਕੀ ਕਹਿੰਦੇ ਆ, ਐਕਟੋਡਰਮ। ਔਰ ਮਿਡਲ ਵਾਲੀ ਹੁੰਦੀ ਹੈ ਮੀਜ਼ੋਡਰਮ। ਇਹ ਸਭ ਤੋਂ ਕਿਹੜੇ ਵਾਲੀ ਆ, ਬਾਹਰਲੀ। ਜਦੋਂ ਜਰਮੀਨਲ 3 ਲੇਅਰ ਦੀ ਗੱਲ ਕਰਦੇ ਆ, ਇਹ ਸਭ ਤੋਂ ਆਊਟਰ ਵਾਲੀ ਹੁੰਦੀ ਹੈ, ਇਹ ਆਊਟਰ ਵਾਲੀ ਸੀ। ਔਰ ਆਊਟਰ ਵਾਲੀ ਤੋਂ ਕੀ ਬਣਿਆ, ਸਕਿਨ ਔਰ ਜਿੰਨੇ ਵੀ ਪਿਗਮੈਂਟਡ ਸੈੱਲ ਹੈ, ਜਿਸ ਕਰਕੇ ਕਲਰ ਫਾਰਮ ਹੁੰਦਾ ਕਿਸੇ ਵੀ ਜਗ੍ਹਾ ਤੇ, ਉਹ ਪਿਗਮੈਂਟਡ ਸੈੱਲ ਵੀ ਕਿੱਥੋਂ ਆਏ ਆਪਣੇ ਕੋਲੋਂ, ਐਕਟੋਡਰਮ ਤੋਂ। मोस्टली स्किन का पूछ सकते हैं, ग्लैंस पेनिस का पूछ सकते हैं, और लिप्स, चेक्स, गम्स, ਵੈਸਲ ਪੋਰਸ਼ਨ ਆਫ ਮਾਊਥ, ਮਾਊਥ ਦੇ ਨਾਲ ਰਿਲੇਟਡ ਲਗਭਗ ਜਿੰਨੇ ਵੀ ਆ ਉਹ ਕਿੱਥੋਂ ਆ ਰਹੇ ਆ, ਐਕਟੋਡਰਮ ਤੋਂ ਹੀ ਆ ਰਹੇ। ਨੈਜ਼ਲ, ਅਪਰਚਰਸ, ਇਹ ਸਾਰਾ ਕਿੱਥੋਂ ਆ, ਐਕਟੋਡਰਮ ਤੋਂ ਹੀ ਆ। ਨੈਕਸਟ ਲੈਬੀਆ ਮੈਜੋਰਾ, ਆਊਟਰ ਪਾਰਟ ਆਫ ਲੈਬੀਆ ਮਾਈਨੋਰਾ, ਇਹ ਵਜਾਈਨਾ ਦੇ ਪਾਰਟ ਆ, ਇਹ ਵੀ ਕਿੱਥੋਂ ਬਣੇ ਆ, ਵਜਾਈਨਾ ਦੇ ਪਾਰਟ ਹੈ, ਇਹ ਐਕਟੋਡਰਮ ਤੋਂ ਬਣੇ ਹੋਏ ਆ। ਨੈਕਸਟ ਅੰਟੀਰੀਅਰ ਐਪੀਥੈਲੀਅਮ ਆਫ ਕੋਰਨੀਆ, ਇਹ ਆਈ ਦੇ ਪਾਰਟ ਹੈ ਜਿਹੜੇ, ਲੇਕਿਨ ਇਹਦੇ ਵਿੱਚੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਉਹ ਕਿਹੜੇ ਵਾਲਾ ਹੈ, ਗਲੈਂਸ ਪੈਨਿਸ ਪੁੱਛ ਸਕਦੇ ਆ। ਲਿਪਸ ਚੇਕ, ਸਕਿਨ ਦਾ ਪੁੱਛ ਸਕਦੇ ਆ। ਔਰ ਉਸ ਤੋਂ ਬਾਅਦ ਹੈ ਗਲੈਂਡਸ। ਗਲੈਂਡਸ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਐਗਜ਼ੋਕ੍ਰਾਈਨ ਗਲੈਂਡ ਕਿਹੜੀਆਂ, ਜਿਨ੍ਹਾਂ ਕੋਲ ਖੁਦ ਦੀ ਡਕਟ ਹੈ, ਡਕਟ ਦੇ ਥਰੂ ਆਪਣੇ ਹਾਰਮੋਨ ਨੂੰ ਸਕਰੀਟ ਕਰਾਉਂਦੇ ਆ, ਜਿੱਦਾਂ ਸਵੈਟ ਗਲੈਂਡ ਹੋ ਗਈਆਂ, ਸਪੀਸ਼ੀਅਸ ਗਲੈਂਡ। ਸਵੈਟ ਗਲੈਂਡ ਕਿਹੜੇ ਬਣੀਆਂ, ਜਿਹੜੇ ਸਵੈਟ ਨੂੰ ਸਕਰੀਟ ਕਰਾਉਣਗੀਆਂ। ਸਪੀਸ਼ੀਅਸ ਜਿਹੜੇ ਆਇਲੀ ਹੋ ਗਿਆ, ਵੈਕਸ ਵਗੈਰਾ ਸਪੀਸ਼ੀਅਸ ਗਲੈਂਡ ਤੋਂ ਆਉਣਗੀਆਂ। ਪੈਰੋਟਿਡ ਗਲੈਂਡ ਜਿਹੜੀ ਆਪਣੇ ਆਪਣੇ ਮਾਊਥ ਦੇ ਵਿੱਚ ਹੈ, ਜੋ ਸੈਲਵਰੀ ਗਲੈਂਡ ਹੈ ਉਹਦੇ ਵਿੱਚ ਪੈਰੋਟਿਡ ਗਲੈਂਡ ਵੀ ਹੈ। ਪੈਰੋਟਿਡ ਗਲੈਂਡ ਕਿੱਥੋਂ ਬਣੀ, ਐਕਟੋਡਰਮ ਤੋਂ ਬਣੀ ਹੋਈ ਹੈ। ਮੈਮਰੀ ਗਲੈਂਡ, ਮੈਮਰੀ ਗਲੈਂਡ ਜੋ ਆਪਾਂ ਐਸੀ ਕਲਾਸ ਦੇ ਵਿੱਚ ਕਰਕੇ ਆਏ ਆ, ਮਿਲਕ ਸਕ੍ਰੀਟਿੰਗ ਜੋ ਗਲੈਂਡ ਆ ਉਹ ਕਿਹੜੀ ਹੈ, ਮੈਮਰੀ ਗਲੈਂਡ। ਉਸ ਦਾ ਵੀ ਓਰੀਜਨ ਕਿਹੜੇ ਵਾਲਾ, ਐਕਟੋਡਰਮ। ਲੈਕਰੀਮਰ ਗਲੈਂਡ, ਇਹ ਕਿਹੜੇ ਵਾਲੇ ਹੈਗੀ ਆ, ਜੋ ਆਪਣੇ ਆਈਜ਼ ਦੇ ਵਿੱਚ ਟੀਅਰ ਫਾਰਮ ਹੁੰਦੇ ਆ, ਟੀਅਰਸ, ਟੀਅਰਸ ਫਾਰਮ ਜੋ ਹੁੰਦੇ ਆ ਉਹ ਲੈਕਰੀਮਲ ਗਲੈਂਡ ਤੋਂ ਹੀ ਹੁੰਦੇ, ਲੈਕਰੀਮਲ ਗਲੈਂਡ। ਇਹ ਵੀ ਇਹਦੀ ਲੋਕੇਸ਼ਨ ਵੀ ਆਈਜ਼ ਦੇ ਬਿਲਕੁਲ, ਜੋ ਆਪਾਂ ਆਈਲੈਟ ਆਪਾਂ ਕਹਿੰਦੇ ਆ, ਆਈਲੈਟ ਦੇ ਬਿਲਕੁਲ ਇਨਰ ਸਾਈਡ ਔਰ ਲੈਂਸ ਦੇ ਉੱਪਰ ਵਾਲੇ ਸਾਈਡ ਤੇ ਹੁੰਦੇ ਆ, ਆਈਬ੍ਰੋ ਦੇ ਨੀਚੇ। ਲੈਕਰੀਮਲ ਗਲੈਂਡ ਇਹ ਵੀ ਕੀ ਹੈ, ਇੱਕ ਤਰ੍ਹਾਂ ਦੇ ਟੀਅਰ ਸਕ੍ਰੀਟਿੰਗ ਗਲੈਂਡ ਹੈ। ਇਹਦੇ ਵੀ ਜੋ ਓਰੀਜਨ ਹੈ ਕਿਹੜੇ ਵਾਲਾ, ਐਕਟੋਡਰਮ। ਇਹ ਗਲੈਂਡਸ ਦੇ ਕੁਐਸਚਨ ਆ ਸਕਦਾ, ਸਵੈਟ ਗਲੈਂਡ, ਸਪੀਸ਼ੀਅਸ ਗਲੈਂਡ, ਪੈਰੋਟਿਡ ਗਲੈਂਡ, ਮੈਮਰੀ ਗਲੈਂਡ, ਲੈਕਰੀਮਲ ਗਲੈਂਡ। ਇਹਨਾਂ ਦਾ ਓਰੀਜਨ ਕਿਹੜੇ ਵਾਲਾ, ਐਕਟੋਡਰਮ।
ਔਰ ਐਂਡੋਕਰਾਈਨ ਗਲੈਂਡ ਕਿਹੜੀ ਬਣੀਆਂ ਹੈਗੀਆਂ ਜਿਹੜੇ ਡਕਟ ਤੋਂ ਵਿਦਆਊਟ ਹੀ ਆਪਣੇ ਸਿਕ੍ਰੀਸ਼ਨ ਕਰਾਉਂਦੀਆਂ, ਹਾਈਪੋਫਾਈਸਿਸ ਸੈਰੀਬਰਾਈ, ਅਡਰਨਲ ਮੈਡਿਊਲਾ। ਮੈਡਿਊਲਾ ਦੇ ਆਪਾਂ ਦੋ ਰੀਜਨ ਕੀਤੇ ਸੀਗੇ, ਇੱਕ ਕੋਰਟੈਕਸ ਸੀਗਾ, ਅਡਰਨਲ ਮੈਡਿਊਲਾ ਤੇ ਦੋ ਪਾਰਟ ਹੈਗੇ ਸੀ, ਇੱਕ ਕੋਰਟੈਕਸ ਆਉਂਦਾ ਸੀ ਔਰ ਦੂਸਰਾ ਨਾਲ ਕਿਹੜਾ ਸੀ, ਮੈਡਿਊਲਾ। ਐਪੀਫਾਈਸਿਸ ਸੈਰੀਬਰਾਈ, ਇਹ ਵਾਲਾ ਮਿਡਲ ਹਾਈਪੋਫਾਈਸਿਸ ਸੈਰੀਬਰਾਈ, ਐਪੀਫਾਈਸਿਸ ਸੈਰੀਬਰਾਈ, ਇਹ ਵੀ ਬ੍ਰੇਨ ਦੇ ਵਿੱਚ ਵਾਲੇ ਪੋਰਸ਼ਨ ਰਹਿ ਜਾਂਦੇ ਆ। ਇਹ ਵੀ ਕਿੱਥੋਂ ਬਣੇ ਆ, ਐਕਟੋਡਰਮ ਤੋਂ। ਨੈਕਸਟ ਨੇਲ ਹੇਅਰ, ਆ ਕੁਐਸਚਨ ਆਇਆ ਹੋਇਆ ਨੇਲ ਤੇ ਹੇਅਰ ਵਾਲਾ ਪੁੱਛ ਲੈਂਦੇ ਆ। ਔਰ ਨੇਮਲ ਟੀਥ, ਇਹ ਵੀ ਪੁੱਛ ਲੈਂਦੇ ਆ ਕਿ ਇਹ ਕਿੱਥੋਂ ਬਣੇ ਹੋਏ ਆ। ਆ ਬਹੁਤ ਇੰਪੋਰਟੈਂਟ, ਹੇਅਰ ਨੇਲ ਤੇ ਅਨੇਮਲ ਵਾਲਾ, ਇਹਦਾ ਓਰੀਜਨ ਕਿਹੜੇ ਵਾਲਾ, ਐਕਟੋਡਰਮਸ। ਇਹ ਐਕਟੋਡਰਮ ਤੋਂ ਹੀ ਫਾਰਮ ਹੋਏ ਹੋਏ ਇਹ ਵਾਲੇ। ਨੈਕਸਟ ਹੈ ਲੈਂਸ ਆਫ ਏ ਆਈ, ਆਈ ਦੇ ਜਿਹੜੇ ਲੈਂਸ ਹੈਗੇ ਕਿੱਥੋਂ ਫਾਰਮ ਹੋਏ ਆ, ਐਕਟੋਡਰਮਸ ਤੋਂ ਹੀ ਹੋਏ ਆ। ਨਰਵਸ ਸਿਸਟਮ, ਨਰਵਸ ਸਿਸਟਮ ਵੀ ਕਿੱਥੋਂ ਫਾਰਮ ਹੋਇਆ, ਐਕਟੋਡਰਮਸ ਤੋਂ। ਮੋਸਟਲੀ ਨਰਵਸ ਸਿਸਟਮ ਜਿੱਦਾਂ ਬ੍ਰੇਨ ਹੋ ਗਿਆ, ਸਪਾਈਨਲ ਕੋਰਡ, ਕੁਝ ਵੀ ਪੁੱਛ ਸਕਦੇ ਆ ਤਾਂ ਉਸਦਾ ਓਰੀਜਨ ਕਿਹੜੇ ਵਾਲਾ ਹੈਗਾ ਆਪਣੇ ਕੋਲੋਂ, ਉਸਦਾ ਓਰੀਜਨ ਹੈ ਐਕਟੋਡਰਮ। ਨਰਵਸ ਸਿਸਟਮ ਦੇ ਵਿੱਚ ਟੋਟਲੀ ਬ੍ਰੇਨ ਆ ਗਿਆ, ਸਪਾਈਨਲ ਕੋਰਡ, ਬ੍ਰੇਨ, ਸਪਾਈਨਲ ਕੋਰਡ, ਸਪਾਈਨਲ ਕੋਰਡ, ਇਹ ਦੋਨੋਂ ਕਿਹਦੇ ਨਾਲ ਰਿਲੇਟਡ ਹੈਗੇ ਆ ਆਪਣੇ, ਦੋਨੋਂ ਨਰਵਸ ਸਿਸਟਮ ਦੇ ਨਾਲ ਰਿਲੇਟਡ ਆ, ਦੋਨੋਂ ਦੇ ਦੋਨੋਂ ਹੀ ਕਿੱਥੋਂ ਦਾ ਓਰੀਜਨ ਕਿਹੜਾ, ਐਕਟੋਡਰਮ। ਸਕਿਨ, exocrine gland, endocrine gland, nail, hair, enamel of teeth, lens of eye, ਇਹ ਇੰਪੋਰਟੈਂਟ ਚੀਜ਼ਾਂ ਹੈਗੀਆਂ। ਲਿਪਸ, ਚੇਕ, ਗਮਸ, ਇਹ ਸਾਰੇ ਕੀ ਆ, ਇਹ ਵਾਲੀਆਂ ਚੀਜ਼ਾਂ ਨਹੀਂ ਭੁੱਲਣੀਆਂ ਚਾਹੀਦੀਆਂ ਕਿ ਇਹਨਾਂ ਦਾ ਓਰੀਜਨ ਕਿਹੜੇ ਵਾਲਾ ਹੈ। ਜੋ ਸਭ ਤੋਂ ਆਊਟਰ ਵਾਲੀ ਜਰਮੀਨਲ ਲੇਅਰ ਸੀ ਐਕਟੋਡਰਮ, ਇਸ ਦਾ ਓਰੀਜਨ, ਇਹ ਜੋ organ ਆਪਾਂ ਕਰੇ ਆ ਇਹ ਸਾਰੇ ਕਿੱਥੋਂ ਫਾਰਮ ਹੋਏ ਆ, ਐਕਟੋਡਰਮ ਤੋਂ। ਨੈਕਸਟ ਆਪਣੇ ਕੋਲ ਮੀਜ਼ੋਡਰਮ। ਮੀਜ਼ੋਡਰਮ ਤੋਂ ਕਿਹੜੇ ਕਿਹੜੇ ਵਾਲੀ ਚੀਜ਼ਾਂ ਮੇਨਲੀ ਯਾਦ ਰੱਖਣ ਵਾਲੀਆਂ, ਇੱਥੇ ਆਪਾਂ ਦੇਖਦੇ ਹਾਂ ਕਿ ਡੈਂਟਾਈਨ ਟਿਥ, ਅੱਗੇ ਕਰਿਆ ਸੀ ਅਨੇਮਲ ਆਫ ਟਿਥ, ਇੱਥੇ ਕੀ ਡੈਂਟਾਈਨ ਟਿਥ। ਡੈਂਟਾਈਨ ਟਿਥ ਕੀ ਹੁੰਦਾ ਆਪਣੇ ਕੋਲ, ਜਿੱਦਾਂ ਟਿਥ, ਜੋ ਆਹ ਵਾਲਾ ਬਾਹਰ ਵਾਲਾ ਵਾਈਟ ਪੋਰਸ਼ਨ ਹੁੰਦਾ, ਵਾਈਟ ਪੋਰਸ਼ਨ ਜੋ ਹੁੰਦਾ ਉਹ ਕੀ ਹੁੰਦਾ, ਅਨੇਮਲ ਹੁੰਦਾ, ਅਨੇਮਲ। ਲੇਕਿਨ ਜੋ ਇਸ ਦੇ ਨੀਚੇ ਵਾਲਾ ਸਿਸਟਮ ਹੁੰਦਾ ਜਿਸ ਦੇ ਵਿੱਚ ਕੀ ਆਪਣੇ ਕੋਲ ਹੋਏਗਾ, ਜੋ ਸੌਫਟ ਹੋਏਗਾ ਪੋਰਸ਼ਨ ਜਿਸ ਦੇ ਵਿੱਚ ਬਲੱਡ ਸਰਕੂਲੇਸ਼ਨ ਚੱਲੇਗਾ, ਉਹਨੂੰ ਆਪਾਂ ਕੀ ਕਹਿੰਦੇ ਆ, ਡੈਂਟਾਈਨ ਟਿਥ। ਉੱਪਰਲਾ ਹਾਰਡ ਵਾਲਾ ਜਿਹੜਾ ਹੁੰਦਾ ਉਹ ਕਿਹੜੇ ਵਾਲਾ ਹੁੰਦਾ ਆਪਣੇ ਕੋਲ, ਅਨੇਮਲ, ਉਹ ਬਣਿਆ ਸੀ ਐਕਟੋਡਰਮ। ਲੇਕਿਨ ਜੋ ਨੀਚੇ ਵਾਲਾ ਹੈ ਬਲੱਡ ਸਰਕੂਲੇਸ਼ਨ ਜਿਸ ਦੇ ਵਿੱਚ ਬਲੱਡ ਆਪਣੇ ਟਿਥ ਤੱਕ ਪਹੁੰਚਦਾ, ਤਾਂ ਉਹ ਵਾਲਾ ਹੁੰਦਾ ਆਪਣੇ ਕੋਲ ਡੈਂਟਾਈਨ ਟਿਥ। ਜੋ ਉੱਪਰ ਵਾਲਾ ਪੋਰਸ਼ਨ ਸੀ ਉਹ ਐਕਟੋ ਤੋਂ ਸੀ, ਲੇਕਿਨ ਜੋ ਨੀਚੇ ਵਾਲਾ ਜਿਸ ਦੇ ਮਸਲ ਵਗੈਰਾ ਹੋਣਗੇ, ਬਲੱਡ ਸਰਕੂਲੇਸ਼ਨ, ਵੇਨਸ ਹੋਣਗੀਆਂ, ਉਹ ਕਿਤੇ ਚ ਹੋਏਗਾ, ਮੀਜ਼ੋਡਰਮ ਤੋਂ ਡਰਾਈਵ ਕਰਿਆ ਹੋਇਆ। ਹੁਣ ਇਸ ਤੋਂ ਬਾਅਦ ਵਿੱਚ ਅਗਰ ਜਿੰਨੇ ਵੀ ਟਿਸ਼ੂ ਹੈਗੇ ਲਗਭਗ ਕਨੈਕਟਿਵ ਟਿਸ਼ੂ, ਸੁਪਰਫੇਸ਼ੀਅਲ, ਡੀਪ ਵੈਸਿਕਾ, ਲਿਗਾਮੈਂਟ, ਟੈਂਡਨਸ, ਡਰਮਿਸ ਆਫ ਸਕਿਨ, ਇਹ ਸਾਰੇ ਕਿੱਥੋਂ ਫਾਰਮ ਹੋਏ ਆ, ਇਹ ਮੀਜ਼ੋਡਰਮ। ਔਲ ਮਸਲ, ਔਲ ਮਸਲ ਕਿੱਥੋਂ ਹੋਇਆ, ਇਹ ਵੀ ਮੀਜ਼ੋਡਰਮ। ਐਡੀਪੋਸ ਟਿਸ਼ੂ, ਐਡੀਪੋਸ ਟਿਸ਼ੂ ਕਿਹੜੇ ਹੁੰਦੇ ਆ, ਸਟੋਰ ਫੈਟ ਸਟੋਰਿੰਗ ਹੁੰਦੇ ਆ ਵਾਲੇ ਟਿਸ਼ੂ, ਫੈਟ ਸਟੋਰਿੰਗ ਟਿਸ਼ੂ। ਫੈਟ ਸਟੋਰਿੰਗ ਟਿਸ਼ੂ ਜਿਹੜੇ ਹੈਗੇ ਆ ਉਹ ਵੀ ਕਿੱਥੋਂ ਫਾਰਮ ਹੋਏ ਆ, ਮੀਜ਼ੋਡਰਮ ਤੋਂ। ਰੈਟੀਕੂਲਰ ਟਿਸ਼ੂ, ਬੋਨਸ, ਕਾਰਟਿਲੇਜ। अब बोन्स का पूछ सकते हैं, बोन कितों होइयां, ਮੀਜ਼ੋਡਰਮ ਤੋਂ। ਡੈਂਟਾਈਨ ਟਿਥ, ਮਸਲ, ਮਸਲ ਐਂਡ ਬੋਨ ਦਾ ਯਾਦ ਰੱਖ ਲਿਓ ਕਿੱਥੋਂ ਹੋਏ ਹੋਏ ਆ, ਮੀਜ਼ੋਡਰਮ ਤੋਂ ਹੋਏ। ਕਨੈਕਟਿਵ ਟਿਸ਼ੂ। ਨੈਕਸਟ ਆ ਹਾਰਟ, ਹਾਰਟ ਐਂਡ ਬਲੱਡ ਵੈਸਲ ਜਿੰਨੀਆਂ ਵੀ ਆ ਜਾਂ ਬਲੱਡ ਸੈੱਲ ਆ ਉਹ ਵੀ ਕਿੱਥੋਂ ਹੋਏ ਆ, ਮੀਜ਼ੋਡਰਮ। ਨੈਕਸਟ ਹੈ ਕਿਡਨੀ, ਯੂਟਰਸ, ਯੂਰੀਨਰੀ ਬਲੈਡਰ, ਇਹ ਸਾਰੇ ਦਾ ਸਾਰਾ ਕਿਹੜੇ ਵਾਲਾ ਹੋ ਗਿਆ ਆਪਣਾ, ਐਕਸਕ੍ਰੀਟਰੀ ਸਿਸਟਮ ਦੇ ਨਾਲ ਰਿਲੇਟਡ। ਐਕਸਕ੍ਰੀਟਰੀ ਸਿਸਟਮ ਦੇ ਨਾਲ ਰਿਲੇਟਡ ਜਿਹੜੇ ਆ ਰਹੇ ਉਹ ਕਿੱਥੋਂ ਫਾਰਮ ਹੋਏ, ਮੀਜ਼ੋਡਰਮ ਰੀਜਨ ਤੋਂ।
ਓਵਰਿਸ ਤੇ ਯੂਟਰਾਈਨ ਟਿਊਬ ਕਿੱਥੋਂ ਆ? ਮੀਜ਼ੋਡਰਮ ਤੋਂ। ਟੈਸਟਿਸ, ਐਪੀਡੀਡਾਈਮਸ, ਵਾਸ ਡਿਫਰੈਂਸਾ, ਸੈਮੀਨਲ ਵੈਸੀਕਲ, ਜੈਕੂਲੇਟਰੀ ਡਕਟ, ਇਹ ਵੀ ਜੋ ਮੇਲ ਦੇ ਵਿੱਚ ਹੁੰਦੇ ਆ ਆਪਣੇ ਕੋਲ ਰਿਪਰਡਕਟਿਵ, ਪ੍ਰਾਇਮਰੀ ਰਿਪਰਡਕਟਿਵ ਐਂਡ ਨਾਲ ਜੋ ਅਸੈਸਰੀ ਡਕਟ ਹੈਗੀਆਂ ਉਹ ਸਾਰੀਆਂ ਕਿੱਥੋਂ ਫਾਰਮ ਹੋਈਆਂ ਹੋਈਆਂ? ਮੀਜ਼ੋਡਰਮ ਤੋਂ। ਨੈਕਸਟ ਜੁਆਇੰਟ, ਕੋਰਨੀਆ ਔਰ ਸਕਲੇਰਾ, ਕਰੋਇਡ, ਸਿਲਰੀ ਬੋਡੀ ਐਂਡ ਆਇਰਿਸ ਰਿਲੇਟਡ ਮਟੀਰੀਅਲ ਜਿਹੜਾ ਉਹ ਵੀ ਮੀਜ਼ੋਡਰਮ ਤੋਂ। ਨੈਕਸਟ ਮੈਕਰੋ ਗਲੀਆ ਡਿਊਰਾਮੈਟਰ। ਡਿਊਰਾਮੈਟਰ ਜਿਹੜੀ ਹੈਗੀ ਆ ਇਹ ਕਲੀਅਰ ਹੈ। ਡਿਊਰਾਮੈਟਰ ਜੋ ਬ੍ਰੇਨ ਦੇ ਅਰਾਊਂਡ ਆਉਂਦੀ ਆ, ਜੋ ਬ੍ਰੇਨ ਨੂੰ ਇੱਕ ਤਰ੍ਹਾਂ ਦੇ ਸ਼ੌਕ ਤੋਂ ਬਚਾਉਂਦੀ ਆ। ਬੋਨਸ ਦੀ ਔਰ ਹੋਏਗੀ ਆ ਵਾਲੀ ਬ੍ਰੇਨ ਤੋਂ ਅਪਰ ਸਾਈਡ, ਲਾਈਕ ਜਿੱਦਾਂ ਆਪਣੇ ਕੋਲ ਆ ਕੇ ਸਕਲ ਹੈ ਉੱਪਰ ਵਾਲੀ ਸਾਈਡ ਤੇ ਸਕਲ, ਸਕਲ ਦੇ ਨੀਚੇ ਕਿਹੜੀ ਵਾਲੀ ਇੱਕ ਲੇਅਰ ਹੁੰਦੀ ਹੈ ਜਿਹਨੂੰ ਆਪਾਂ ਕੀ ਕਹਿੰਦੇ ਆ? ਡਿਊਰਾਮੈਟਰ ਕਹਿੰਦੇ ਆ। ਨੈਕਸਟ ਉਸ ਤੋਂ ਬਾਅਦ ਵਿੱਚ ਇੱਕ ਵਿੱਚ ਸਪੇਸ ਹੋਏਗੀ, ਉਸ ਤੋਂ ਬਾਅਦ ਵਿੱਚ ਫਿਰ ਆਏਗੀ ਇੱਕ ਪਾਇਆਮੀਟਰ। ਨੈਕਸਟ ਇੱਥੇ ਫਿਰ ਬ੍ਰੇਨ ਅੱਗੇ ਆ ਜਾਂਦਾ ਨੀਚੇ। ਸਕਲ ਬੋਨ ਹੋ ਗਈਆਂ ਪਹਿਲਾਂ, ਸਕਲ ਬੋਨ ਦੇ ਨੀਚੇ ਕੀ ਹੁੰਦੀ ਹੈ? ਡਿਊਰਾਮੈਟਰ। ਬ੍ਰੇਨ ਤੋਂ ਦੂਰ ਵਾਲੀ ਸਾਈਡ ਤੇ ਹੋਏਗੀ ਡਿਊਰਾਮੈਟਰ। ਡਿਊਰਾਮੈਟਰ ਦਾ ਵੀ ਰੀਜਨ ਕਿਹੜੇ ਵਾਲਾ ਹੈਗਾ ਇੱਥੇ? ਮੀਜ਼ੋਡਰਮ। ਤਾਂ ਇਹ ਸਾਰੀਆਂ ਚੀਜ਼ਾਂ ਯਾਦ ਰੱਖਣੀਆਂ ਪੈਣਗੀਆਂ। ਔਰ ਇੱਕ ਕੁਐਸਚਨ ਇੱਥੋਂ ਡੈਫੀਨੇਟਲੀ ਆਏਗਾ ਹੀ ਆਏਗਾ, ਮਾਸਟਰ ਕੈਡਰ ਕੋਈ ਵੀ ਆ ਪੁਰਾਣੇ ਪੇਪਰ ਵੀ ਤੁਸੀਂ ਉਠਾ ਕੇ ਦੇਖੋਗੇ ਤੁਹਾਨੂੰ ਇੱਕ ਕੁਐਸਚਨ ਜਾਂ ਦੋ ਕੁਐਸਚਨ, ਮਿਨੀਮਮ 1 ਔਰ ਮੈਕਸਿਮਮ 2 ਵੀ ਹੋ ਸਕਦੇ ਆ ਤੋਂ ਆ ਦੋਨੋਂ ਪੇजेस ਜੋ ਆਪਾਂ ਅੱਜ ਕਰ ਰਹੇ ਹਾਂ discuss। ਨੈਕਸਟ ਆਪਣੇ ਕੋਲ ਪਿਊਰਲ ਕੈਵਿਟੀ, ਜੁਆਇੰਟਸ ਔਰ ਇਹ ਜਿੰਨੇ ਵੀ ਇੱਥੇ ਰਿਲੇਟਡ ਦੇ ਰੱਖਿਆ ਆਈਜ਼ ਨਾਲ ਰਿਲੇਟਡ, ਉਹ ਕਿੱਥੋਂ ਆ? ਆਈ ਲੈਂਸ ਜਿਹੜਾ ਸੀਗਾ ਉਹ ਕਿੱਥੇ ਬਣਿਆ ਹੋਇਆ ਸੀਗਾ? ਆਈ ਦਾ ਲੈਂਸ ਉਹ ਸੀ ਐਕਟੋਡਰਮ, ਲੇਕਿਨ ਉਸ ਦੇ ਨਾਲ ਬਾਕੀ ਦੇ ਜੋ ਕੋਰਨੀਆ ਦੇ ਰੱਖਿਆ ਸਕਲੇਰਾ, ਆਈ ਲੈਂਸ ਤੋਂ ਇਲਾਵਾ ਵਾਲਾ ਪੋਰਸ਼ਨ ਸਾਰਾ ਕਿੱਥੋਂ ਆਇਆ? ਮੀਜ਼ੋਡਰਮ। ਕਿਉਂਕਿ ਕੋਰਨੀਆ ਹੋ ਗਿਆ, ਸਕਲੇਰਾ, ਕਰੋਇਡ ਸਿਲਰੀ, ਇਹ ਸਾਰੇ ਮਸਲ ਹੀ ਹੈਗੇ ਆ ਵਾਲੇ। ਕਰੋਇਡ ਸਿਲਰੀ ਬੋਡੀ ਹੋ ਗਿਆ, ਆਇਰਿਸ, ਇਹ ਸਾਰੇ ਮਸਲ ਹੈ ਜੋ ਕੰਟਰੈਕਟ ਹੁੰਦੇ ਆ ਜਾਂ ਆਪਣਾ ਸਾਈਜ਼ ਚੇਂਜ ਕਰਦੇ ਰਹਿੰਦੇ ਆ। ਤਾਂ ਇਹ ਕਿੱਥੋਂ ਬਣੇ ਹੋਏ ਆ? ਮੀਜ਼ੋਡਰਮ। ਨੈਕਸਟ ਐਂਡੋਡਰਮ। ਐਂਡੋਡਰਮ ਤੋਂ ਕਿਹੜੇ ਕਿਹੜੇ ਵਾਲੇ ਆਰਗਨ ਪ੍ਰੋਡਿਊਸ ਹੋਏ ਆ ਉਹ ਦੇਖਦੇ ਆ। ਐਪੀਥੀਲੀਅਲ ਪਾਰਟ ਆਫ ਮਾਊਥ, some part of a palate, tongue, tonsils, pharynx, osophagus, stomach, ਇਹ ਸਾਰੇ ਕਿੱਥੋਂ ਹੋਇਆ? osophagus, stomach, small and large intestine। small and large intestine ਤੇ ਕੁਐਸਚਨ ਪੁੱਛ ਸਕਦੇ ਆ। ਇਹਦਾ origin ਕਿਹੜੇ ਵਾਲਾ? ਐਂਡੋਡਰਮਸ। ਅੱਜ ਜਿੰਨਾ ਵੀ ਆਪਾਂ ਦੇਖ ਰਹੇ ਹਾਂ ਇੱਥੇ ਬਕਲ ਕੈਵਿਟੀ ਦੇ ਵਿੱਚ ਵਾਲੇ ਟੌਨਸਿਲਸ, ਫਾਰਿੰਗਸ, ਆ ਸਾਰੇ ਜਿਹੜੇ ਦੇ ਰੱਖੇ ਆ ਇਹ ਓਸੋਫੈਗਸ, ਫਾਰਿੰਗਸ, ਇਹ ਕਿਹਦੇ ਨਾਲ ਰਿਲੇਟਡ ਹੈਗੇ? ਰੈਸਪੀਰੇਟਰੀ ਨਾਲ। ਸਟੋਮਕ, ਸਮਾਲ ਇੰਟੈਸਟਾਈਨ, ਲਾਰਜ ਇੰਟੈਸਟਾਈਨ, ਅਪਰ ਪਾਰਟ ਆਫ ਐਨਲ ਕੈਨਲ, ਇਹ ਹੈ ਆਪਣੇ ਕੋਲ ਡਾਈਜੈਸ਼ਨ ਸਿਸਟਮ ਦਾ ਪੋਰਸ਼ਨ ਆ ਵਾਲਾ ਲਾਸਟ ਵਾਲਾ। ਡਾਈਜੈਸਟਿਵ ਸਿਸਟਮ ਦੇ ਜਿਹੜੇ ਲਾਸਟ ਵਾਲੇ ਪੋਰਸ਼ਨ ਆ, ਸਟੋਮਕ, ਸਮਾਲ ਇੰਟੈਸਟਾਈਨ, ਲਾਰਜ ਇੰਟੈਸਟਾਈਨ, ਅਪਰ ਪਾਰਟ ਆਫ ਐਨਲ ਕੈਨਲ, ਇਹ ਕਿੱਥੋਂ ਬਣੇ ਹੈ? ਐਂਡੋਡਰਮ ਤੋਂ। ਐਂਡੋਡਰਮਸ ਤੋਂ ਜੋ ਮੇਨ ਪੁੱਛਿਆ ਜਾ ਸਕਦਾ, ਗਾਲ ਬਲੈਡਰ, ਪੈਨਕ੍ਰੀਆਟਿਕ ਡਕਟ, ਪੈਨਕ੍ਰੀਆਟਿਕ ਡਕਟ ਇਹਦਾ ਕੀ ਹੈ? ਐਂਡੋਡਰਮ ਰੀਜਨ। ਔਰ ਇਸ ਤੋਂ ਬਾਅਦ ਵਾਲੇ ਆਹ ਇੰਪੋਰਟੈਂਟ ਹੈ ਗਲੈਂਡਸ ਜੋ ਹੈ, ਐਗਜ਼ੋਕਰਾਈਨ ਗਲੈਂਡ ਕਿਹੜੀਆਂ? ਲਿਵਰ ਐਂਡ ਪੈਂਕਰੀਆ, ਇਹ ਦੋਨੋਂ ਹੀ ਇੱਕ ਦੂਜੇ ਦੇ ਨਾਲ ਹੀ ਹੁੰਦੇ ਆ। ਅਗਰ ਆਪਾਂ ਗੱਲ ਕਰਦੇ ਹਾਂ ਹਿਊਮਨ ਦੇ ਅੰਦਰ ਲਿਵਰ ਤੇ ਪੈਂਕਰੀਆਸ, ਇਹਨਾਂ ਤੋਂ ਕਾਮਨ ਹੀ ਡਕਟ ਇੱਕ ਨਿਕਲ ਕੇ ਆਉਂਦੀ ਹੈ ਜੋ ਪੈਨਕ੍ਰੀਆਟਿਕ ਜੂਸ ਨੂੰ ਸਕ੍ਰੀਟ ਕਰਾਉਂਦੀਆਂ। ਐਗਜ਼ੋਕਰਾਈਨ ਦੇ ਵਿੱਚ ਕਿਹੜੇ ਲਿਵਰ ਐਂਡ ਪੈਂਕਰੀਆਸ। ਐਂਡੋਕਰਾਈਨ ਦੇ ਵਿੱਚ ਕਿਹੜੇ ਵਾਲੇ? ਥਾਇਰਾਇਡ, ਪੈਰਾਥਾਇਰਾਇਡ, ਥਾਈਮਸ ਐਂਡ ਆਈਲੈਟ ਆਫ ਲੈਂਗਰਹਿਨ। ਆਈਲੈਟ ਆਫ ਲੈਂਗਰਹਿਨ ਇਹ ਆਂਦਾ ਕਿਹਦੇ ਚ ਆ? ਇਹ ਇੱਕ ਤਰ੍ਹਾਂ ਦਾ ਪੈਂਕਰੀਆ ਦੇ ਵਿੱਚ ਹੀ ਇਹ ਮੌਜੂਦ ਹੁੰਦਾ, ਆਈਲੈਟ ਆਫ ਲੈਂਗਰਹਿਨ। ਤਾਂ ਇਹ ਕਿੱਥੋਂ ਬਣਿਆ ਹੋਇਆ? ਇਹ ਐਂਡੋਕਰਾਈਨ ਤੋਂ। ਤਾਂ ਨੈਕਸਟ ਆਪਣੇ ਕੋਲ ਹੈਗੇ ਕੁਝ ਸਪੈਸ਼ਲ ਪੁਆਇੰਟ ਉਹ ਡਿਸਕਸ ਕਰते हैं, लेकिन ਇਸ ਤੋਂ ਪਹਿਲਾਂ ਫਿਰ ਆਪਾਂ ਰਿਪੀਟ करते हैं ਜੋ ਮੀਜ਼ੋਡਰਮ ਰੀਜਨ ਤੋਂ ਕਿਹੜੇ ਵਾਲੇ ਹੈਗੇ ਆਪਣੇ ਕੋਲ
एपिथेलियल पार्ट ऑफ माउथ जो अपने को दे रखा फायरिंग्स एंड ओसोफेगस रेस्पिरेटरी और डाइजेशन सिस्टम ਨਾਲ ਰਿਲੇਟਡ ਕਿਹੜੀ ਕਿਹੜੇ ਵਾਲੇ ਸਟੋਮਕ ਸਮੋਲ ਲਾਰਜ ਐਂਡ ਅਪਰ ਪਾਰਟ ਆਫ ਐਨਲ ਕੈਨਲ ਇਹ ਕਿਹਦੇ ਪੋਰਸ਼ਨ ਹੈਗੇ ਆ ਇਹ ਹੈਗੇ ਆਪਣੇ ਡਾਈਜੈਸਟਿਵ ਸਿਸਟਮ ਦੇ ਡਾਈਜੈਸਟਿਵ ਸਿਸਟਮ ਆ ਕਿਹੜੇ ਵਾਲੇ ਰੈਸਪੀਰੇਟਰੀ ਰੈਸਪੀਰੇਟਰੀ ਔਰ ਇਸ ਤੋਂ ਬਾਅਦ ਵਿੱਚ ਰੈਸਪੀਰੇਟਰੀ ਟਰੈਕਟ ਜਿਹੜਾ ਉਹ ਵੀ ਕਿੱਥੋਂ ਆ ਐਂਡੋਡਰਮ ਤੋਂ ਗਾਲ ਬਲੈਡਰ ਪੈਨਕ੍ਰੀਆਟਿਕ ਡਕਟ ਉਹ ਵੀ ਕਿੱਥੋਂ ਐਂਡੋਡਰਮ ਪੈਨਕ੍ਰੀਅਸ ਐਂਡ ਲੀਵਰ ਇਹ ਵੀ ਕਿੱਥੋਂ ਆ ਐਂਡੋਡਰਮਸ ਤੋਂ ਐਂਡੋਕਰਾਈਨ ਜਿਹੜੀ ਗਲੈਂਡ ਹੈ ਥਾਇਰੋਇਡ ਪੈਰਾਥਾਇਰੋਇਡ ਥਾਈਮਸ ਇੱਥੇ ਥੋੜਾ ਯਾਦ ਰੱਖ ਲਿਓ ਟੀ ਤੋਂ ਹੀ ਆ ਰਿਹਾ ਪੈਰਾਥਾਇਰੋਇਡ ਥਾਇਰੋਇਡ ਪੈਰਾਥਾਇਰੋਇਡ ਐਂਡ ਥਾਈਮਸ ਇਹ ਤਿੰਨੋਂ ਕਿੱਥੋਂ ਆ ਐਂਡੋਡਰਮ ਤੋਂ ਔਰ ਆਈਲੈਟ ਆਫ ਲੈਂਗਰਨ ਇੱਕ ਜਿਹੜਾ ਇਹ ਵੀ ਪੈਨਕ੍ਰੀਆਟਿਕ ਦਾ ਹੀ ਇੱਕ ਪਾਰਟ ਹੈ ਲੇਕਿਨ ਡਰਾਈਵ ਕਿੱਥੋਂ ਹੋਇਆ ਐਂਡੋਥਰਮ ਤੋਂ ਹੀ ਹੋਇਆ ਐਂਡੋਡਰਮ ਤੋਂ ਔਰ ਨੈਕਸਟ ਹੈ ਕੁਝ ਡਿਸਆਰਡਰ ਹੋ ਜਾਂਦੇ ਆ ਜਿੱਦਾਂ ਗਾਇਨੀਕੋਮੈਸਟੀਆ ਗਾਇਨੀਕੋਮੈਸਟੀਆ ਹੋਏਗਾ ਜਦੋਂ ਮੇਲ ਦੇ ਵਿੱਚ ਬ੍ਰੈਸਟ ਜਿਹੜੀ ਡਿਵੈਲਪ ਹੋ ਜਾਂਦੀ ਆ ਤਾਂ ਉਸ ਡਿਸਆਰਡਰ ਨੂੰ ਆਪਾਂ ਕਹਿੰਦੇ ਆ ਗਾਇਨੀਕੋਮੈਸਟੀਆ ਬ੍ਰੈਸਟ ਇਨ ਮੇਲ ਦੇ ਵਿੱਚ ਬ੍ਰੈਸਟ ਅਗਰ ਆ ਜਾਣਾ ਤਾਂ ਉਹਨੂੰ ਕਹਿੰਦੇ ਆਪਾਂ ਗਾਇਨੀਕੋਮੈਸਟੀਆ ਮੈਨੋਰੋਇਆ ਅਗਰ ਮੈਂਸਟਰੁਅਲ ਸਾਈਕਲ ਐਬਸੈਂਟ ਹੋਣ ਕਿਸੇ ਫੀਮੇਲ ਦੇ ਵਿੱਚ ਤਾਂ ਉਸ ਡਿਸਆਰਡਰ ਨੂੰ ਆਪਾਂ ਕਹਿੰਦੇ ਆ ਮੈਨੋਰੋਇਆ ਅੱਗੇ ਨੈਕਸਟ ਹਿਸਟੇਰੈਕਟੋਮੀ ਅਗਰ ਯੂਟਰਸ ਨੂੰ ਰਿਮੂਵ ਕਰ ਦਈਏ ਸਰਜੀਕਲ ਡਾਕਟਰ ਦੀ ਹੈਲਪ ਨਾਲ ਸਰਜਰੀ ਦੇ ਥਰੂ ਅਗਰ ਰਿਮੂਵ ਕਰ ਦਈਏ ਤਾਂ ਉਸ ਚੀਜ਼ ਨੂੰ ਕਹਿੰਦੇ ਆ ਉਸ ਟ੍ਰੀਟਮੈਂਟ ਨੂੰ ਕਹਿੰਦੇ ਆ ਹਿਸਟੇਰੈਕਟੋਮੀ ਔਰ ਨੈਕਸਟ ਹੈ ਓਫੇਰੈਕਟੋਮੀ ਅਗਰ ਓਵਰੀਜ਼ ਨੂੰ ਕੱਲਾ ਰਿਮੂਵ ਕਰ ਦਈਏ ਉੱਪਰ ਕੀ ਹੈ ਅਗਰ ਯੂਟਰਸ ਨੂੰ ਰਿਮੂਵ ਕਰਦੇ ਆ ਤਾਂ ਕੀ ਬੰਦਾ ਉਹਦਾ ਹਿਸਟੇਰੈਕਟੋਮੀ ਅਗਰ ਓਵਰੀ ਨੂੰ ਰਿਮੂਵ ਕਰ ਰਹੇ ਤਾਂ ਓਪੇਰੈਕਟੋਮੀ और सूडो प्रेगनेंसी की होएगा सूडो प्रेगनेंसी होएगा कि प्रेगनेंसी तो नहीं है लेकिन सिम्पटम होणगे जिद्दां प्रेगनेंसी है ਤਾਂ ਉਸ ਚੀਜ਼ ਨੂੰ ਕਹਿੰਦੇ ਆ ਸੂਡੋ ਪ੍ਰੈਗਨੈਂਸੀ ਤਾਂ ਇਹ ਹੋਏਗਾ ਕਿਉਂ ਇਹ ਹਾਰਮੋਨ ਡਿਸਟਰਬੈਂਸ ਕਰਕੇ ਹੀ ਹੋਏਗਾ ਹਾਰਮੋਨ ਇਦਾਂ ਦੇ ਪ੍ਰੋਡਿਊਸ ਹੋਣਗੇ ਜੋ ਪ੍ਰੈਗਨੈਂਸੀ ਦੇ ਵਿੱਚ ਜਿੱਦਾਂ ਹੋਏਗਾ ਸੇਮ ਫੀਲ ਹੋਏਗਾ ਔਰ ਉਸ ਕਰਕੇ ਕੀ ਹੋਏਗਾ ਇਹ ਫਾਲਸ ਸਿੰਪਟਮ ਹੋਣਗੇ ਪ੍ਰੈਗਨੈਂਸੀ ਦੇ ਲੇਕਿਨ ਪ੍ਰੈਗਨੈਂਸੀ ਨਹੀਂ ਹੋਏਗੀ ਤਾਂ ਇਸ ਚੀਜ਼ ਨੂੰ ਕੀ ਕਹਿੰਦੇ ਆ ਸੂਡੋ ਪ੍ਰੈਗਨੈਂਸੀ ਹੋ ਕਿਉਂ ਰਿਹਾ ਡਿਊ ਟੂ ਹਾਰਮੋਨ ਡਿਸਟਰਬੈਂਸ ਔਰ ਬੇਬੀ ਦੀ ਜੋ ਮੈਕਸਿਮਮ ਗਰੋਥ ਹੁੰਦੀ ਹੈ ਉਹ 4th ਮੰਥ ਵਿੱਚ ਹੋਏਗੀ ਪ੍ਰੈਗਨੈਂਸੀ ਦੇ 4th ਮੰਥ ਦੇ ਵਿੱਚ ਕੀ ਹੋਏਗੀ ਮੈਕਸਿਮਮ ਔਰ ਸਭ ਤੋਂ ਘੱਟ ਕਿਹੜੀ ਹੋਏਗੀ ਲਾਸਟ ਵਾਲੇ 2 ਮੰਥ 8 ਐਂਡ 9 ਮੰਥ ਦੇ ਵਿੱਚ ਸਭ ਤੋਂ ਲਾਸਟ ਜੋ 2 ਮੰਥ ਹੋਣਗੇ ਉਹਦੇ ਵਿੱਚ ਕੀ ਹੋਏਗੀ ਮਿਨੀਮਮ ਡਿਵੈਲਪਮੈਂਟ ਹੋਏਗੀ ਅੱਜ ਲਈ ਇੰਨਾ ਹੀ ਔਰ ਇਸ ਦੇ ਨਾਲ ਇਹ ਚੈਪਟਰ ਕੰਪਲੀਟ ਹੈ ਇਹ ਪੋਰਸ਼ਨ ਰਹਿ ਰਿਹਾ ਸੀ ਆਪਣਾ ਹਿਊਮਨ ਰਿਪਰੋਡਕਸ਼ਨ ਦਾ ਇਸ ਦੇ ਨਾਲ ਇਹ ਚੈਪਟਰ ਕੰਪਲੀਟ ਹੈ ਥੈਂਕ ਯੂ